कसम खुदा दी चन्ना साडे दिल विच तू वसदा, कसम खुदा दी चन्ना साडे दिल विच तू वसदा। हेक लाना गायकी नहीं होंदी, क्यों नहीं होंदी बई? नहीं, हेक लाना गायकी है बट इट इज़ वन पार्ट ऑफ गायकी। जे आप कहिए कि कई हम जिवें ਆਪਾਂ ਆਮ ਭਾਸ਼ਾ ਜਿਵੇਂ ਸੁਣੀਦਾ ਨਾ ਫੋਕ ਗਾਣਾ, ਫੋਕ ਇਜ਼ ਨਾਟ ਕਿ ਲੰਬੀ ਏਕ ਲਗਾਤੀ ਉਹੀ ਫੋਕ ਹੈ, ਉਹ ਵੀ ਫੋਕ ਹੈ ਬਟ ਫੋਕ ਹੋਰ ਵੀ ਬਹੁਤ ਹੈ। ਸੁਰਿੰਦਰ ਕੌਰ ਜੀ ਨੇ ਜਬ ਫੋਕ ਗਾਇਆ ਅਮਰ ਕੀਤਾ, ਆਸ਼ਾ ਸਿੰਘ ਮਸਤਾਨਾ ਜੀ ਨੇ ਜੋ ਫੋਕ ਗਾਇਆ ਅਮਰ ਕੀਤਾ। ਦੋ ਤਾਰਾਂ ਲਿਸ਼ਕ ਦੀਆਂ, ਦੋ ਤਾਰਾਂ ਲਿਸ਼ਕ ਦੀਆਂ, ਮੈਂ ਤੇਰੀ ਨਬਜ਼ ਵੇਖੀ ਤੈਨੂੰ ਮਰਜ਼ਾਂ ਇਸ਼ਕ ਦੀਆਂ, ਮੈਂ ਤੇਰੀ ਨਬਜ਼ ਵੇਖੀ ਤੈਨੂੰ ਮਰਜ਼ਾਂ ਇਸ਼ਕ ਦੀਆਂ। ਜਿਵੇਂ ਅਸੀਂ ਨਾ ਸੁਣਿਆ ਵੀ ਤਾਨਸੇਨ ਜਦੋਂ ਗਾਇਆ ਕਰਦੇ ਸੀ ਵੀ ਉਦੋਂ ਬਾਰਿਸ਼ ਹੋ ਜਾਂਦੀ ਸੀ, ਇਹ ਵਾਕਈ ਮਤਲਬ ਇਹ ਸਹੀ ਗੱਲ ਹੈ? ਪਤਾ ਕੀ ਮੈਨੂੰ ਲੱਗਦਾ ਸਿੰਬੋਲਿਕ ਸੀਗਾ ਕਿ ਉਹ ਗਾਉਂਦੇ ਸੀ, ਮਤਲਬ ਉਹਨਾਂ ਦੀ ਗਾਇਕੀ 'ਚ ਇੰਨੀ, ਜਿਵੇਂ ਕਹਿੰਦੇ ਨਾ ਉਹ ਦੀਪਕ ਜਲ ਜਾਂਦੇ ਸੀ, ਇੰਨੀ ਊਰਜਾ ਸੀ ਦੈਟ ਯੂ ਫੈਲਟ ਦੈਟ ਵਾਰਮਥ। ਕਲਚਰ ਆਪਣਾ ਕਿੰਨਾ ਰਿਚ ਹੈ ਨਾ। ਆਪਾਂ ਜੇ ਕਿਸੇ ਨੂੰ ਤਾਨਾ ਵੀ ਦੇਣਾ ਹੈ, ਚੁੰਡੀ ਵੱਢਣੀ ਹੈ ਪਿਆਰ ਨਾਲ, ਜੇ ਤੇ ਖਸਮਣ ਖਾ ਮਾਈ ਹੈ ਉਹਦੇ 'ਚ ਪਿਆਰ ਵੀ ਝਲਕ ਰਿਹਾ, ਉਹਦੇ 'ਚ ਨਿਹੋਰਾ ਵੀ ਹੈ ਨਾ, ਫੀਲ ਵੀ ਹੈ। ਹੀਰਾ ਲੱਖ ਸਵਾ ਲੱਖ ਦਾ ਏ, ਤੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ। ਤੁਸੀਂ ਸੰਗੀਤ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ ਨਾ, ਤੇ ਤੁਸੀਂ ਸਾਰੇਗਾਮਾ ਦੇ ਵਿਨਰ ਰਹੇ, ਫਿਰ ਉਸ ਤੋਂ ਬਾਅਦ ਪੰਜਾਬੀ ਸਾਰੇਗਾਮਾ ਹੋਇਆ ਤੇ ਉਸ ਵਿੱਚ ਤੇ ਗਣਿਤ ਉਹ ਵੀ ਮੈਂ ਕਦੀ ਸੋਚਿਆ ਨਹੀਂ ਸੀ। ਹਾਂ, ਇਹ ਕਿਵੇਂ ਹੋਇਆ? ਕਿਹਾ ਨਾ ਇਹ ਡਿਜ਼ਾਈਨ ਵਾਸ ਐਗਜ਼ੈਕਟਲੀ, ਕਿਉਂਕਿ ਜਦ ਮੈਂ ਇੱਥੋਂ ਸਿਲੈਕਟ ਹੋ ਕੇ ਅਸੀਂ ਗਏ ਫॉर ਆਡੀਸ਼ਨਸ ਫਰੋਮ ਆਲ ਓਵਰ ਇੰਡੀਆ, ਦੇ ਵਰ 300 ਪਾਰਟਿਸਿਪੈਂਟ, ਜਿਨ੍ਹਾਂ ਤੋਂ ਉਹਨਾਂ ਨੇ ਇੱਕ ਸ਼ਡਿਊਲ ਲਈ 16 ਬॉयਜ਼ 16 ਗਰਲਸ ਕੱਢਨੇ ਹੁੰਦੇ ਆ। ਸੋ ਸੋਚਿਆ ਨਹੀਂ ਸੀ ਉਦੋਂ, ਇਹ ਸੀਗਾ ਕਿ ਇੱਕ ਰਾਊਂਡ ਤੱਕ ਪਹੁੰਚ ਜਾਈਏ, ਬਹੁਤ ਇੱਕ ਬਲੇਸਿੰਗ, ਬਿਕਾਜ਼ ਇਟ ਵਾਸ ਅ ਬਿਗ ਨੇਮ। ਅੱਛਾ, ਤੁਸੀਂ ਕੀ ਕਹੋਗੇ ਵੀ ਜਿਹੜੀ ਇੱਕ ਪਾਵਰਫੁਲ ਵੂਮਨ ਹੈ ਨਾ, ਉਹਨੂੰ ਸਾਰਾ ਕੁਝ ਕਰਨ ਦੀ ਆਜ਼ਾਦੀ ਹੈ, ਉਹ ਕਰ ਰਹੀ ਹੈ, ਜਿਵੇਂ ਹੁਣ ਆਪਾਂ ਲੋਕ ਘਰ ਤੋਂ ਬਾਹਰ ਆ ਕੇ ਕੰਮ ਕਰਦੇ ਹਾਂ, ਆਪਾਂ ਨੂੰ ਕਿਸੇ ਤਰੀਕੇ ਦਾ ਕੋਈ ਮੈਂਟਲ ਪ੍ਰੈਸ਼ਰ ਨਹੀਂ ਹੈ ਨਾ, ਤੇ ਇੱਕ ਪਾਵਰਫੁਲ ਫੀਮੇਲ ਨੂੰ ਹੈਂਡਲ ਕਰਨਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਗੁਨੀਤ, ਮਤਲਬ ਵੂਮਨ ਇੰਪਾਵਰਮੈਂਟ ਦੀ ਆਪਾਂ ਗੱਲਾਂ ਕਰਦੇ ਹਾਂ ਨਾ ਜਿਵੇਂ ਆਪਾਂ, ਤੇ ਮੈਨੂੰ ਇਹ ਲੱਗਦਾ ਕਿ ਉਹ ਵੀ ਇਹ ਵੀ ਨਹੀਂ ਹੈ ਫੈਮਿਨਿਜ਼ਮ ਜਾਂ ਵੂਮਨ ਇੰਪਾਵਰਮੈਂਟ ਕਿ ਬਸ ਮੇਲ ਕੁਝ ਵੀ ਨਹੀਂ ਤੇ ਮੈਂ ਹੀ ਆ ਆਲ, ਮਤਲਬ ਆਈ personally it's a two-way process, it's a two-way process and it has to be a balance between the two। ਜਿਵੇਂ ਹੁਣ ਤੁਸੀਂ ਕਾਦਰ ਯਾਰ ਦਾ ਕਿੱਸਾ ਗਾ ਰਹੇ ਹੋ ਜਾਂ ਤੁਸੀਂ ਸੋਹਣੀ ਮਹੀਵਾਲ ਗਾ ਰਹੇ ਹੋ, ਹੀਰ ਗਾ ਰਹੇ ਹੋ, ਤਾਂ ਕੀ ਤੁਹਾਡੇ ਇਮੇਜਿਨੇਸ਼ਨ ਚ ਤਾਂ ਹੁੰਦਾ ਹੀ ਹੈ ਨਾ। ਮੈਂ ਇਹੀ ਪੁੱਛਣਾ ਚਾਹ ਰਹੀ ਹਾਂ, ਮਤਲਬ ਇੱਕ ਆਰਟਿਸਟ ਕੀ ਇਮੇਜਿਨ ਕਰਦਾ ਹੈ? ਹੁਣ ਦੇਖੋ ਜਿਵੇਂ ਉਹ ਸ਼ਿਕਰਾ ਯਾਰ, ਮੈਂ ਜਦ ਕਈ ਵਾਰ ਸਟੇਜ ਤੇ ਗਾਉਂਦੀ ਹਾਂ, ਮਾਏ ਨਹੀਂ ਮਾਏ, ਮੈਂ ਸ਼ਿਕਰਾ ਯਾਰ ਬਣਾਇਆ, ਮਤਲਬ ਉਹ ਐਂਡ 'ਚ ਆ ਕੇ ਨਾ ਗੂਜ਼ਬੰਪਸ ਆ ਜਾਂਦੇ ਕਈ ਵਾਰ ਗਾਉਂਦੇ, ਮਾਏ ਨਹੀਂ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਚੂਰੀ ਕੁੱਟਾਂ ਤਾਂ ਖਾਂਦਾ ਨਹੀਂ, ਵੀ ਅਸਾਂ ਦਿਲ ਦਾ ਮਾਸ ਖਵਾਇਆ। ਅਕਸਰ ਸੁਸਾਇਟੀ ਪੁੱਛਦੀ ਹੈ ਵੀ ਤੁਸੀਂ ਆਰਟਿਸਟ ਤਾਂ ਹੈਗੇ, ਤੁਸੀਂ ਹੋਰ ਕੀ ਕਰ ਰਹੇ ਹੋ, ਹੈ ਨਾ। ਇੱਕ ਦੋ ਆਰਟਿਸਟ ਨੇ ਮੈਨੂੰ ਇਹ ਵੀ ਕਿਹਾ ਵੀ ਇਹ ਬੜਾ ਜ਼ਰੂਰੀ ਹੈ ਵੀ ਆਰਟਿਸਟ ਦਾ ਪੜ੍ਹਿਆ ਲਿਖਿਆ ਹੋਣਾ ਤੇ ਉਹਦਾ ਸਾਈਡ ਬਾਏ ਕੋਈ ਹੋਰ ਕੰਮ ਕਰਨਾ। ਕਿ ਇਹੀ ਰੀਜ਼ਨ ਸੀ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਆਪਣਾ ਟੀਚਿੰਗ ਦਾ ਪ੍ਰੋਫੈਸ਼ਨ ਹੈ, ਕਿਉਂਕਿ ਤੁਸੀਂ ਦੋ ਯੂ ਵਰ ਵੈਰੀ ਇੰਟੈਲੀਜੈਂਟ ਤੇ ਔਰ ਤੁਸੀਂ ਟੌਪਰ ਵੀ ਸੀ, ਤਾਂ ਤੁਹਾਨੂੰ ਨੌਕਰੀ ਮਿਲਣਾ ਕੋਈ ਔਖੀ ਗੱਲ ਨਹੀਂ ਸੀ, ਤੁਸੀਂ ਡਾਕਟਰੇਟ ਕੀਤੀ, ਤੇ ਕਿਤੇ ਨਾ ਕਿਤੇ ਇਹ ਵੀ ਰੀਜ਼ਨ ਰਿਹਾ ਵੀ ਸਾਈਡ ਬਾਏ ਜਾਂ ਤੁਹਾਡਾ ਸ਼ੌਕ ਵੀ ਸੀ। रंजिशें सही दिल ही दुखाने के लिए रंजिशें सही फिर से मुझे छोड़ के जाने के लिए रंजिशें सही दिल ही दुखाने के लिए रंजिशें सही।
गाते रहना बोलते रहना क्योंकि तुम्हारी बातों से लफ्ज़ों का ये बहता दरिया अच्छा लगता है। बहुत बहुत स्वागत है द अनम्यूट ਵਿੱਚ ਰਿੰਕੂ ਕਾਲੀਆ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਕੀ ਹਾਲ ਚਾਲ ਨੇ? ਬਹੁਤ ਵਧੀਆ। ਜਦੋਂ ਫਰਸਟ ਕਲਾਸ ਵਿੱਚ ਤੁਸੀਂ ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ ਇੱਥੋਂ ਹੀ ਸ਼ੁਰੂਆਤ ਕੀਤੀ ਸੀ ਜੀ ਤੇ ਜੀ ਸੋਚਿਆ ਸੀ ਵੀ ਇਹ ਜਿਹੜਾ ਸਫ਼ਰ ਹੈ ਮਤਲਬ ਇਹ ਤੇ ਤੁਸੀਂ ਇਸ ਤਰ੍ਹਾਂ ਚੱਲੋਗੇ ਵੀ ਇੱਥੇ ਆਪਣੀ ਮੰਜ਼ਿਲ ਨੂੰ ਤੁਸੀਂ ਇੱਥੇ ਲੱਭੋਗੇ, ਮੰਜ਼ਿਲ ਪਾ ਲੋਗੇ। ਕਿਉਂਕਿ ਮੈਨੂੰ ਨਾ ਕਦੇ ਕਦੇ ਇਦਾਂ ਲੱਗਦਾ ਹੁੰਦਾ ਹੈ ਵੀ ਤੁਸੀਂ ਕੁਛ ਆਪਣੇ ਲਈ ਡਿਜ਼ਾਈਨ ਨਹੀਂ ਕਰਦੇ, ਨੇਚਰ ਨੇ ਨਾ ਤੁਹਾਡੇ ਲਈ ਬਹੁਤ ਕੁਝ ਪਹਿਲਾਂ ਡਿਜ਼ਾਈਨ ਕੀਤਾ ਹੁੰਦਾ ਤੇ ਕਹਾਣੀਆਂ ਤੁਸੀਂ ਲੱਭਦੇ ਨਹੀਂ, ਕਹਾਣੀਆਂ ਤੁਹਾਨੂੰ ਆਪ ਲੱਭ ਲੈਂਦੀਆਂ। ਸੋ ਤੁਹਾਡਾ ਮੁਕੱਦਰ ਤੁਹਾਨੂੰ ਆਪਣੇ ਆਪ ਲੱਭ ਲੈਂਦਾ। ਇੱਕ ਮੈਨੂੰ ਕਿਸੇ ਨੇ ਗੱਲ ਦੱਸੀ ਵੀ ਉਹ ਆਲ ਇੰਡੀਆ ਰੇਡੀਓ ਤੇ ਬੜੇ ਕਮਾਲ ਦੇ ਅਨਾਉਂਸਰ ਹੋਏ, ਨਾਮੀ ਅਨਾਉਂਸਰ। ਕਹਿੰਦੇ ਜਦੋਂ ਮੈਂ ਬਹੁਤ ਨਿੱਕਾ ਸੀ ਤੇ ਮੈਂ ਰਾਤ ਨੂੰ ਸੌਣ ਲੱਗੇ ਇੱਦਾਂ ਕਰਕੇ ਆਪਣੀ ਆਵਾਜ਼ ਸੁਣਿਆ ਕਰਦਾ ਸੀ ਤੇ ਮੈਨੂੰ ਸੁਣ ਕੇ ਲੱਗਦਾ ਸੀ ਵੀ ਇਹ 'ਚ ਨਾ ਕੁਝ ਖਾਸ ਹੈ। ਤੇ ਕਹਿੰਦੇ ਉਹੀ ਆਵਾਜ਼ ਦਾ ਮੈਨੂੰ ਅਹਿਸਾਸ ਹੋਇਆ ਜਦੋਂ ਫॉर द वेरी फर्स्ट टाइम मैं अपने आप ਨੂੰ ਰੇਡੀਓ ਤੇ ਸੁਣਿਆ। ਤਾਂ ਮਤਲਬ ਕਿ ਛੋਟੇ ਬੱਚੇ ਨੂੰ ਪਤਾ ਨਹੀਂ ਹੁੰਦਾ ਵੀ ਉਹ ਕੀ ਕਰ ਰਿਹਾ ਹੈ। ਕभी कभी तो शुरू करिए ਆਪਾਂ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਐਕਚੁਅਲੀ ਫਸਟ ਕਲਾਸ ਜਦ ਮੈਂ ਗਾਇਆ ਸੋ ਮੈਨੂੰ ਨਹੀਂ ਸੀ ਪਤਾ ਬਿਕੋਜ਼ ਘਰ 'ਚ ਕਿਤੇ ਸੁਣਿਆ ਸੀ ਔਰ ਉਹ ਅੱਛਾ ਲੱਗਿਆ ਤੇ ਉਹ ਗੁਨਗੁਨਾਇਆ। ਬਟ ਮੇਰੀ ਗੱਲ ਦਾ ਜਵਾਬ ਤੁਸੀਂ ਦਿੱਤਾ ਕਿ ਇਟਸ ਆਲ ਡੈਸਟਿਨ ਲਾਈਕ ਦੈਟ। ਆਰਟਿਸਟ ਜੋ ਸੁਰ ਤਾਲ ਪਰਮਾਤਮਾ ਦੀ ਦੇਣ ਹੈ ਨਾ, ਔਰ ਇਹ ਜਰਨੀ ਜਿਹੜੀ ਹੈ ਆਪਣੇ ਆਪ ਹੀ ਅਨਫੋਲਡ ਹੁੰਦੀ ਗਈ ਅੱਗੇ ਅੱਗੇ ਅੱਗੇ। ਮੇਰੇ ਫਾਦਰ ਸਾਹਿਬ ਨੇ ਬਹੁਤ ਐਨਕਰੇਜ ਕੀਤਾ। ਹੁੰਦਾ ਨਾ ਘਰ 'ਚ ਮਿਊਜ਼ਿਕ ਦਾ ਮਾਹੌਲ ਦੇਣਾ, ਸੋ ਉਹਨਾਂ ਨੇ ਬਹੁਤ ਅੱਛਾ ਮਾਹੌਲ ਦਿੱਤਾ, ਅੱਛਾ ਸੁਣਨ ਨੂੰ ਮਿਲਿਆ, ਅੱਛਾ ਸਿੱਖਣ ਨੂੰ ਮਿਲਿਆ ਤੇ ਉਹਦੇ ਕਰਕੇ ਮੈਨੂੰ ਲੱਗਦਾ ਉਹ ਪਰਮਾਤਮਾ ਦਾ ਆਸ਼ੀਰਵਾਦ। ਸੋ ਜਰਨੀ ਬਿਗਨ ਫਰਮ देयर। ਸੁਣਾਓਗੇ ਨਹੀਂ? ਜ਼ਰੂਰ ਜ਼ਰੂਰ ਪਲੀਜ਼। कभी कभी मेरे दिल में ख्याल आता है, कभी कभी मेरे दिल में ख्याल आता है कि जैसे तू मुझे चाहेगी उम्र भर यूं ही उठेगी मेरी तरफ प्यार की नजर यूं ही मैं जानता हूँ कि तू गैर है मगर यूं ही कभी कभी मेरे दिल में ख्याल आता है। ਤੁਹਾਨੂੰ ਸੁਣ ਕੇ ਨਾ ਮੈਨੂੰ ਐਂ ਲੱਗ ਰਿਹਾ ਮੈਂ ਕਿਤੇ ਕਿੰਨੀ ਪੁਰਾਣੀ ਸਦੀ ਦੇ ਵਿੱਚ ਚਲੇ ਗਈ ਹਾਂ ਤੇ ਉਦਾਂ ਹੀ ਉਹ ਸੁਣ ਰਹੀ ਹਾਂ। ਥੈਂਕ ਯੂ ਸੋ ਮਚ। ਬਹੁਤ ਮਜ਼ੇਦਾਰ, ਬਹੁਤ ਖੂਬਸੂਰਤ, ਬਹੁਤ ਆਲਾ, ਬਹੁਤ ਆਲਾ। ਬਹੁਤ ਸ਼ੁਕਰੀਆ। ਤੁਸੀਂ ਸੰਗੀਤ ਦੀ ਪੜ੍ਹਾਈ ਕੀਤੀ, ਕਿੰਨਾ ਕੁ ਸਿੱਖਿਆ ਔਰ ਜਦੋਂ ਤੁਸੀਂ ਸਿੱਖ ਰਹੇ ਸੀ ਤਾਂ ਉਸ ਦੌਰਾਨ ਤੁਸੀਂ ਕੀ ਕੁਝ ਗ੍ਰੈਬ ਕੀਤਾ ਜਿਹੜਾ ਇੱਥੇ ਰਿਕਾਰਡ ਕਰਨਾ ਚਾਹੋਗੇ? ਗੁਰਨੀਤ ਮੈਨੂੰ ਸਿੱਖਣਾ ਤਾਂ ਜੋ ਪ੍ਰੋਪਰ ਸਿੱਖਣਾ ਸ਼ੁਰੂ ਹੋਇਆ 11th 'ਚ ਮੈਂ ਕਲਾਸੀਕਲ ਟ੍ਰੇਨਿੰਗ ਜਿਹੜੀ ਸ਼ੁਰੂ ਕੀਤੀ। that was from Dr. Simiyar Singh तो MCMDAV ਦੇ ਉਹ ਹੈਡ ਆਫ ਦ ਡਿਪਾਰਟਮੈਂਟ ਰਹੇ ਨੇ ਮਿਊਜ਼ਿਕ ਦੇ। ਤੇ ਕਾਲਜ 'ਚ ਤਾਂ ਸਿੱਖਿਆ ਹੀ ਸਿੱਖਿਆ ਜੋ 5 ਸਾਲ ਅਸੀਂ, ਬਟ ਉਹਨਾਂ ਤੋਂ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹਨਾਂ ਨੇ ਸਾਨੂੰ ਇੰਨਾ ਲਾਈਟ ਵੋਕਲ ਦਾ ਜੋ ਵਿਧਾਨ ਹੈ, ਜਿਵੇਂ ਗਜ਼ਲ ਹੈ, ਗੀਤ ਹੈ, ਭਜਨ ਹੈ, ਮਤਲਬ ਇਹਨਾਂ ਸਾਰਿਆਂ ਦੀ ਜੋ ਇੱਕ ਕਹਿੰਦੇ ਨਾ ਤੁਸੀਂ ਇੱਕ ਫਲੂਐਂਸੀ, ਉਹਦੇ 'ਚ ਕੀ ਇੰਟਰੀਕੇਸਿਸ ਨੇ, ਉਹਦੇ 'ਚ ਕੀ ਨੁਐਂਸਿਸ ਨੇ, ਉਹ ਸਾਰੇ ਉੱਥੇ ਸਿੱਖਣ ਨੂੰ ਮਿਲੇ। ਅਤੇ ਗਾਉਣ ਦਾ ਵੀ ਮੌਕਾ ਮਿਲਿਆ ਕਾਲਜਿਸ 'ਚ। ਤੁਹਾਨੂੰ ਪਤਾ ਹੈ ਬਹੁਤ ਸਾਰੇ ਕੰਪੀਟੀਸ਼ਨਸ ਹੈ, ਠੀਕ ਹੈ। ਲੇਕਿਨ ਉਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜਿਹੜੀ ਜਰਨੀ ਕਭੀ ਕਭੀ ਤੋਂ ਸ਼ੁਰੂ ਹੋਈ ਸੀ ਉਹ ਸਕੂਲ ਲੈਵਲ 'ਤੇ ਵੀ ਫਸਟ ਮੈਂ ਜੋ ਸਟੇਜ ਪਰਫਾਰਮੈਂਸ ਮੇਜਰ ਜਿਹਨੂੰ ਕਹਿ ਸਕਦੇ ਹੋ ਮੈਂ 9th ਕਲਾਸ 'ਚ ਦਿੱਤੀ ਸੀਗੀ ਰਫੀ ਸੁਸਾਇਟੀ ਦੇ ਸਟੇਜ 'ਤੇ ਟੈਗੋਰ ਥੀਏਟਰ ਚੰਡੀਗੜ੍ਹ 'ਚ। ਜੀ, ਹਾਊ ਵਾਸ ਦ ਐਕਸਪੀਰੀਅੰਸ? ਦੈਟ ਵਾਸ really very good experience, though I was very nervous because it's a great audience, बहुत large audience ਹੁੰਦੀ ਹੈ ਜਿਹਦੇ ਸਾਹਮਣੇ। ਕੀ ਰਿਸਪੌਂਸ ਕੀ ਸੀ ਲੋਕਾਂ ਦਾ? Response was very nice, it was very nice ਕਿਉਂਕਿ ਜਦ ਛੋਟਾ ਬੱਚਾ ਗਾਉਂਦਾ ਹੈ obviously। ਹਾਂ ਐਗਜ਼ੈਕਟਲੀ। ਤੇ ਤੁਹਾਨੂੰ ਕਿੱਕ ਮਿਲਿਆ? ਯੈਸ, ਹੈ ਨਾ। ਐਦਾਂ ਵੀ ਹੋਇਆ ਹੋਣਾ ਯਕੀਨਨ ਕਿਉਂਕਿ 9th ਕਲਾਸ ਵਿੱਚ ਕੋਈ ਇੰਨਾ ਛੋਟਾ ਸਟੈਂਡਰਡ ਨਹੀਂ ਹੈ। ਤੁਸੀਂ ਘਰ ਆ ਕੇ ਕਿੰਨੇ ਦਿਨ ਉਹੀ ਚੀਜ਼ ਬਾਰੇ ਸੋਚੀ ਜਾਂਦੇ ਹੋ, ਤੁਹਾਨੂੰ ਕਿੰਨੀ ਹੈ ਨਾ ਉਹ ਸ਼ੌਹਰਤ ਮਿਲੀ, ਕਿੰਨੀ ਵਾਹਵਾਹੀ ਲੋਕਾਂ ਨੇ ਦਿੱਤੀ ਹੈ ਨਾ, ਤੇ ਉੱਥੇ ਬੰਦਾ ਆਪਣੇ ਆਪ 'ਚ ਬੂਸਟ ਫੀਲ ਕਰਦਾ ਹੈ ਵੀ ਕਮਾਲ ਹੋ ਗਈ। ਇਸ 'ਚ ਇਹ ਵੀ ਹੈ ਕਿ ਗੋਡ ਹੈਜ਼ ਬਿਨ ਕਾਈਂਡ ਕਿ ਘਰ 'ਚ ਵੀ ਬਹੁਤ ਐਨਕਰੇਜਮੈਂਟ ਸੀਗੀ, ਪਲੱਸ ਸਕੂਲ 'ਚ ਜਿਵੇਂ ਸਕੂਲ ਮੈਂ 32 ਮਾਡਲ ਤੋਂ ਪੜ੍ਹੀ ਹਾਂ ਤੇ ਉੱਥੇ ਵੀ ਹਰ ਫੰਕਸ਼ਨ 'ਚ ਸਾਨੂੰ ਅੱਗੇ ਕੀਤਾ ਜਾਂਦਾ ਸੀ। ਅਸੀਂ ਗਾਏ ਮਤਲਬ ਬਹੁਤ ਕੁਝ ਗਾਇਆ ਹੈ ਉਸ ਦੌਰਾਨ ਵੀ। ਪਰ ਜਿਹਨੂੰ ਕਹਿੰਦੇ ਵਿਧੀਵਤ ਸਿੱਖਿਆ ਜਿਹੜੀ ਸ਼ੁਰੂ ਹੋਈ ਹੈ ਉਹ 11th ਤੋਂ
ਮੈਂ ਸ਼ੁਰੂ ਕੀਤੀ ਹੈ ਜੀ ਤੇ ਲਾਈਟ ਵੋਕਲ ਵੀ ਮੈਂ ਸਿੱਖਿਆ ਫਿਰ ਸ਼੍ਰੀ ਮੁਰਲੀਧਰ ਸੋਨੀ ਜੀ ਨੇ GCG 11 ਚ ਰਹੇ ਨੇ, ਹੁਣ ਤਾਂ ਰਿਟਾਇਰ ਹੋ ਗਏ, ਉਹਨਾਂ ਤੋਂ ਵੀ ਸਿੱਖਿਆ। ਫਿਰ ਵਰਿੰਦਰ ਬੱਚਨ ਜੀ ਬਹੁਤ ਵੱਡਾ ਨਾਮ ਮਿਊਜ਼ਿਕ ਪੰਜਾਬੀ ਮਿਊਜ਼ਿਕ 'ਚ, ਉਹਨਾਂ ਤੋਂ ਵੀ ਲਾਈਟ ਵੋਕਲ ਸਿੱਖਣ ਦਾ ਮੌਕਾ ਮਿਲਿਆ। ਕਿਹਾ ਜਾਂਦਾ ਨਾ ਵੀ ਜਿਹੜਾ ਸੰਗੀਤ ਹੈ ਉਹ ਤੁਹਾਨੂੰ ਰੱਬ ਦੇ ਨਾਲ ਮਿਲਾਉਂਦਾ ਹੈ ਨਾ, ਤੇ ਰੱਬ ਦਾ ਸੰਗੀਤ ਹੀ ਤੁਹਾਡੇ ਅੰਦਰ ਇੱਕ ਸੰਗੀਤ ਚੱਲ ਰਿਹਾ ਹੈ। ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਅਨਹਦ ਨਾਦ, ਵੰਸ਼ੀ ਨਾਦ, ਨੂਪੁਰ ਨਾਦ, ਹੈ ਨਾ, ਯਾਨੀ ਕਿ ਬ੍ਰਹਮੰਡ ਵੀ ਕਿਤੇ ਨਾ ਕਿਤੇ ਵਾਈਬ੍ਰੇਸ਼ਨਸ ਦਾ ਖੇਡ ਹੈ ਨਾ, ਤੇ ਸੰਗੀਤ ਤੁਹਾਨੂੰ ਇਕਮਿਕ ਕਰਦਾ ਹੈ। ਤੇ ਸੱਤ ਸੁਰਾਂ ਦੇ ਵਿੱਚ ਕਹਿੰਦੇ ਆ ਵੀ ਪੂਰੇ ਵਰਲਡ ਦਾ ਜਿਹੜਾ ਉਹ ਇੱਕ ਮੰਤਰ ਲੁਕਿਆ ਹੋਇਆ ਹੈ ਨਾ, ਇਸੇ ਤਰ੍ਹਾਂ। ਤੇ ਜਦੋਂ ਤੁਸੀਂ ਪੜ੍ਹਾਈ ਕਰ ਰਹੇ ਸੀ ਔਰ ਤੁਹਾਡੇ ਜਿਹੜੇ ਮੈਂਟਰ ਸੀ ਉਹ ਤੁਹਾਨੂੰ ਸਿਖਾਉਂਦੇ ਸੀ ਇੱਦਾਂ ਦੀਆਂ ਚੀਜ਼ਾਂ, ਮਤਲਬ ਕਿ ਇੱਦਾਂ ਦੀ ਚੀਜ਼ ਮੈਂ ਉਹ ਪੁੱਛਣਾ ਚਾਹ ਰਹੀ ਹਾਂ ਤੁਹਾਡੇ ਅਨਕੌਂਸ਼ੀਅਸ ਮਾਈਂਡ 'ਚੋਂ ਕਢਾ ਕੇ ਚੀਜ਼, ਵੀ ਇਸ ਤਰ੍ਹਾਂ ਦੀ ਕਿਹੜੀ ਚੀਜ਼ ਸੀ ਜਿਹੜੀ ਤੁਹਾਡੇ ਬਹੁਤ ਦਿਲ ਨੂੰ ਲੱਗੀ ਬਈ ਇਹ ਤਾਂ ਨਾ ਬੜੀ ਆਊਟ ਆਫ ਦ ਵਰਲਡ ਗੱਲ ਹੈ, ਮਤਲਬ ਇਹ ਤੁਹਾਨੂੰ ਜੋੜਦੀ ਹੈ, ਰੱਬ ਦੇ ਨਾਲ ਜੋੜਦੀ, ਯੂਨੀਵਰਸ ਦੇ ਨਾਲ ਜੋੜਦੀ ਹੈ। ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦੀ ਹਾਂ ਕਿ ਜੋ ਮਿਊਜ਼ਿਕ 'ਚ ਇੰਨੀ ਜ਼ਿਆਦਾ ਤਾਕਤ ਹੈ, ਠੀਕ ਹੈ, ਜਦ ਤੁਹਾਡੇ ਫਿਜ਼ੀਕਲ ਪੇਨਸ ਤੱਕ ਖਤਮ ਹੋ ਜਾਂਦੇ। ਮੈਂ ਕਈ ਵਾਰ ਇਹ ਅਜ਼ਮਾਇਆ ਕਿ ਜਦ ਕੋਈ ਤੁਹਾਨੂੰ ਹੈਡੇਕ ਹੈ, ਕੁਛ ਹੈ, ਤੁਸੀਂ ਗਾ ਰਹੇ ਹੋ, ਤੁਸੀਂ ਯੂ ਆਰ ਟਰਾਂਸਪੋਰਟਡ ਟੂ ਅਨਦਰ ਵਰਲਡ, ਤੁਹਾਨੂੰ ਕੁਛ ਨਹੀਂ ਆਪਣੇ, ਐਗਜ਼ੈਕਟਲੀ ਤੁਹਾਡੇ ਆਲ ਪੇਨਸ ਆਰ ਗੋਨ, ਠੀਕ ਹੈ। ਔਰ ਜਦ ਪੜ੍ਹਾਈ ਦੀ ਗੱਲ ਦੱਸਦੀ ਹਾਂ, ਮੈਂ ਹਮੇਸ਼ਾ ਮਿਊਜ਼ਿਕ ਲਗਾ ਕੇ ਪੜ੍ਹਦੀ ਸੀ। ਅੱਛਾ, ਬੜੀ ਵਾਰ ਡਾਂਟ ਵੀ ਪਈ ਕਿ ਤੁਸੀਂ ਪੜ੍ਹ ਰਹੇ ਹੋ ਕਿ ਤੁਸੀਂ ਗਾਣੇ ਸੁਣ ਰਹੇ ਹੋ, ਬਟ ਮੈਂ ਤੁਹਾਨੂੰ ਦੱਸਾਂ ਆਈ ਹੈਵ ਬੀਨ ਟੌਪਰ ਥਰੂ ਆਊਟ ਜੀ। ਮੈਂ ਮਾਸਟਰ ਸੋਸ਼ੀਓਲੋਜੀ ਕੀਤੀ ਹੈ, ਆਈ ਵਾਜ਼ ਅ ਗੋਲਡ ਮੈਡਲਿਸਟ ਦੇयर, ਸੋ ਐਸਾ ਕੁਛ ਨਹੀਂ, ਮੇਰੀ ਕਨਸੈਂਟਰੇਸ਼ਨ ਹੀ ਮਿਊਜ਼ਿਕ ਨਾਲ ਬਣਦੀ ਸੀ। ਵੰਡਰਫੁਲ ਸੋ ਤੁਸੀਂ ਸਮਝ ਸਕਦੇ ਹੋ ਕਿ ਬਿਲਕੁਲ ਕਿਤੇ ਨਾ ਕਿਤੇ ਉਹ ਤੁਹਾਡੀ ਮਾਈਂਡ ਨੂੰ ਇੱਕ ਦਿੰਦਾ ਹੈ ਕਨੈਕਟ, ਰਾਈਟ, ਮੈਡੀਟੇਸ਼ਨ, ਫੋਕਸ, ਐਵਰੀਥਿੰਗ ਜੀ। ਅੱਛਾ, ਇੱਕ ਨਾ ਬੜਾ ਸੰਜੀਦਾ ਸਵਾਲ ਹੈ ਜਿਸ ਤੇ ਗੱਲ ਹੋਣੀ ਬਣਦੀ ਮੈਨੂੰ ਲੱਗਦਾ, ਜਿਹੜੇ ਆਰਟਿਸਟ ਹੁੰਦੇ ਨੇ, ਬੇਸ਼ੱਕ ਉਹ ਸ਼ਾਇਰ ਹੈ, ਬੇਸ਼ੱਕ ਉਹ ਪੇਂਟਰ ਹੈ, ਬੇਸ਼ੱਕ ਉਹ ਜਰਨਲਿਸਟ ਹੈ ਨਾ, ਜਿਨ੍ਹਾਂ ਦਾ ਕੋਈ ਪਰਮਾਨੈਂਟ ਸੋਰਸ ਆਫ ਇਨਕਮ ਨਹੀਂ ਹੁੰਦਾ ਹੈ ਨਾ, ਜਿਨ੍ਹਾਂ ਨੂੰ ਜੇ ਤੁਹਾਨੂੰ ਪ੍ਰੋਗਰਾਮ ਮਿਲ ਗਏ ਜਾਂ ਜੇ ਤੁਹਾਨੂੰ ਪੇਂਟਿੰਗ ਦਾ ਆਰਡਰ ਮਿਲ ਗਿਆ, ਤੁਸੀਂ ਕਰਤਾ ਹੈ ਨਾ, ਜਾਂ ਕਾਵ ਮੁਸ਼ਾਇਰੇ 'ਚ ਤੁਹਾਨੂੰ ਬੁਲਾ ਲਿਆ ਤਾਂ ਉਹਨਾਂ ਨੇ ਤੁਹਾਨੂੰ ਥੋੜਾ ਬਹੁਤਾ ਪੇ ਕਰਤਾ ਹੈ ਨਾ, ਤੇ ਅਕਸਰ ਸੁਸਾਇਟੀ ਪੁੱਛਦੀ ਹੈ ਵੀ ਤੁਸੀਂ ਆਰਟਿਸਟ ਤਾਂ ਹੈਗੇ, ਤੁਸੀਂ ਹੋਰ ਕੀ ਕਰ ਰਹੇ ਹੋ, ਹੈ ਨਾ। ਇੱਕ ਦੋ ਆਰਟਿਸਟ ਨੇ ਮੈਨੂੰ ਇਹ ਵੀ ਕਿਹਾ ਵੀ ਇਹ ਬੜਾ ਜ਼ਰੂਰੀ ਹੈ ਵੀ ਆਰਟਿਸਟ ਦਾ ਪੜ੍ਹਿਆ ਲਿਖਿਆ ਹੋਣਾ ਤੇ ਉਹਦਾ ਸਾਈਡ ਬਾਏ ਕੋਈ ਹੋਰ ਕੰਮ ਕਰਨਾ, ਕਿ ਇਹੀ ਰੀਜ਼ਨ ਸੀ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਆਪਣਾ ਟੀਚਿੰਗ ਦਾ ਪ੍ਰੋਫੈਸ਼ਨ ਹੈ, ਕਿਉਂਕਿ ਤੁਸੀਂ ਦੋ ਯੂ ਵਰ ਵੈਰੀ ਇੰਟੈਲੀਜੈਂਟ ਤੇ ਔਰ ਤੁਸੀਂ ਟੌਪਰ ਵੀ ਸੀ, ਤਾਂ ਤੁਹਾਨੂੰ ਨੌਕਰੀ ਮਿਲਣਾ ਕੋਈ ਔਖੀ ਗੱਲ ਨਹੀਂ ਸੀ, ਤੁਸੀਂ ਡਾਕਟਰੇਟ ਕੀਤੀ, ਤੇ ਕਿਤੇ ਨਾ ਕਿਤੇ ਇਹ ਵੀ ਰੀਜ਼ਨ ਰਿਹਾ ਵੀ ਸਾਈਡ ਬਾਏ, ਜਾਂ ਤੁਹਾਡਾ ਸ਼ੌਕ ਵੀ ਸੀ? ਓਨੈਸਟਲੀ ਦੱਸਾਂ, ਮੇਰਾ ਸ਼ੌਕ ਵੀ ਸੀਗਾ, ਕਿਉਂਕਿ ਜਦ ਮੈਂ MCM DAV ਤੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਤੇ ਆਈ ਵਾਜ਼ ਵੈਰੀ ਫੈਸੀਨੇਟਡ ਬਾਏ ਮਾਈ ਪ੍ਰੋਫੈਸਰਸ ਜੀ, ਕਿ ਮੈਂ ਵੀ ਇੱਦਾਂ ਮੈਨੂੰ ਪੜ੍ਹਾਉਣ ਦਾ ਨਾ, ਦ ਵੇ ਦੇ ਟੌਟ ਅਸ, ਹੈ ਨਾ, ਤੇ ਮੈਨੂੰ ਬੜਾ ਅੱਛਾ ਲੱਗਦਾ ਸੀ ਉਹ ਵੀ। ਔਰ ਮੈਨੂੰ ਲੱਗਦਾ ਟੀਚਿੰਗ ਇੱਕ ਐਸਾ ਪ੍ਰੋਫੈਸ਼ਨ ਹੈ ਵਿਚ ਗਿਵਸ ਯੂ ਐਂਪਲ ਟਾਈਮ ਜੀ, ਕਿ ਤੁਸੀਂ ਆਪਣਾ ਨਾਲ ਦੀ ਨਾਲ ਰਿਆਜ਼ ਕਰ ਸਕਦੇ ਹੋ, ਤੁਸੀਂ ਆਪਣਾ ਹੋਰ ਚੀਜ਼ਾਂ ਮੈਨੇਜ ਕਰ ਸਕਦੇ ਹੋ। ਸੋ ਮੈਨੂੰ ਇਹ ਲੱਗਿਆ ਵਾਈ ਨਾਟ। ਇਹ ਤੁਹਾਡੇ ਮੂੰਹ ਤੋਂ ਮੈਂ ਗੱਲ ਸੁਣੀ ਹੈ, ਨਹੀਂ ਤਾਂ ਲੋਕ ਕਹਿੰਦੇ ਆ ਵੀ ਕੀ ਵੀ 9 ਤੋਂ 5 ਤੱਕ ਵੈਸੇ ਹੀ ਟੰਗੇ ਰਹੋ, ਫਿਰ ਘਰ ਆ ਕੇ ਵੀ ਹੈ ਨਾ ਵੀ ਇਹ ਨਾਲ ਦੀ ਨਾਲ, ਕਿਉਂਕਿ ਹੁਣ ਅੱਜ ਕੱਲ੍ਹ ਤਾਂ ਆਨਲਾਈਨ ਵੀ ਸਾਰਾ ਕੁਝ। ਮੈਂ ਉਹੀ ਦੱਸ ਰਹੀ ਹਾਂ, ਦੇਖੋ 9 to 5 ਜੌਬ ਇਜ਼, ਮੈਂ ਆਈ ਸਲੂਟ ਦੋਜ਼ ਵੂਮਨ ਜੋ ਮੈਨੇਜ ਕਰ ਰਹੇ ਨੇ, ਕਿਉਂਕਿ ਟੀਚਿੰਗ 'ਚ ਇੰਨੇ ਲੰਬੇ ਆਵਰਸ ਨਹੀਂ ਹੈਗੇ, ਠੀਕ ਹੈ। ਸੋ ਇੱਕ ਫਿਕਸਡ ਆਵਰਸ ਹੈ, ਉਸ ਤੋਂ ਬਾਅਦ ਟਾਈਮ ਇਜ਼ ਯੋਰਸ। How you manage it depends on you. This is a thing actually, how you manage. Time management is the key. ਇਹ ਮੈਨੂੰ ਲੱਗਦਾ ਸਾਰਾ ਇੱਥੋਂ ਚੱਲਦਾ ਨਾ, ਵੀ ਤੁਸੀਂ ਕਿਵੇਂ ਹੈ ਨਾ, ਤੁਹਾਡੇ ਅੰਦਰ ਪੈਸ਼ਨ ਹੈ, ਤੁਸੀਂ ਉਹਨੂੰ ਕੰਟੀਨਿਊ ਕਰੋਗੇ ਜੀ। ਮੈਂ 2 ਬੱਚਿਆਂ ਤੋਂ ਬਾਅਦ PhD ਕੀਤੀ ਹੈ, ਬਿਕੋਜ਼ ਮੇਰੇ ਅੰਦਰ ਇੱਕ ਜਨੂਨ ਸੀ ਕਿ ਮੈਂ ਡਾਕਟਰੇਟ ਕਰਨੀ ਹੈ, ਮੈਨੂੰ ਇਹ ਸਬਜੈਕਟ ਬਹੁਤ ਅੱਛਾ ਲੱਗਦਾ, ਆਈ ਵਿਲ ਡੂ ਇਟ। ਸੋਸ਼ੀਓਲੋਜੀ ਕਿਉਂ ਚੁਣਿਆ? ਮੈਨੂੰ ਲੱਗਦਾ ਸੋਸ਼ੀਓਲੋਜੀ ਮਿਊਜ਼ਿਕ ਦੇ ਨਾਲ ਮੈਨੂੰ ਲੱਗਦਾ ਬਹੁਤ ਜੁੜਦਾ ਹੈ, ਕਿਉਂਕਿ ਅਸੀਂ ਸੋਸਾਇਟੀ ਬਾਰੇ ਪੜ੍ਹ ਰਹੇ ਹਾਂ, ਕਲਚਰ ਬਾਰੇ ਪੜ੍ਹ ਰਹੇ ਹਾਂ, ਠੀਕ ਹੈ, ਔਰ ਤੁਹਾਨੂੰ ਇੱਕ ਅਲੱਗ ਪਰਸਪੈਕਟਿਵ ਮਿਲਦਾ ਉਹਦੇ ਨਾਲ, ਰਾਈਟ। ਸੋਸਾਇਟੀ 'ਚ ਹੁਣ ਤੁਸੀਂ ਆਪਣੀ ਇੰਡੀਅਨ ਸੋਸਾਇਟੀ ਦੇਖੋ, ਕਲਚਰਲੀ ਡਾਈਵਰਸ ਹੈ, ਉੱਥੇ ਤੁਸੀਂ ਬੰਗਾਲੀ ਮਿਊਜ਼ਿਕ ਵੀ ਹੈ, ਉੱਥੇ ਥੋੜ੍ਹਾ ਪੰਜਾਬੀ ਵੀ ਹੈ, ਗੁਜਰਾਤੀ ਵੀ ਹੈ, ਮਤਲਬ ਡਿਫਰੈਂਟ ਡਾਈਵਰਸ ਕਲਚਰ, ਯੂ ਅੰਡਰਸਟੈਂਡ ਦੈਮ ਬੈਟਰ, ਉਹਨਾਂ ਦੀ ਡੈਪਥ ਜਾਣਨ ਦਾ ਤੁਹਾਨੂੰ ਸ਼ੌਕ ਹੁੰਦਾ ਹੈ, ਵੰਡਰਫੁਲ, ਰਾਈਟ। ਸੋ ਦੈਟਸ ਵਾਈ ਦੈਟ ਫੈਸੀਨੇਟਡ ਮੀ। ਮਿਊਜ਼ਿਕ ਵੋਕਲ ਦੇ ਨਾਲ ਨਾਲ ਮੇਰੇ ਕੋਲ ਸੋਸ਼ੀਓਲੋਜੀ ਸ਼ੁਰੂ ਤੋਂ ਰਹੀ ਹੈ। ਤੁਸੀਂ ਸੰਗੀਤ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ ਨਾ, ਤੇ ਤੁਸੀਂ ਸਾਰੇਗਾਮਾ ਦੇ ਵਿਨਰ ਰਹੇ, ਫਿਰ ਉਸ ਤੋਂ ਬਾਅਦ ਪੰਜਾਬੀ ਸਾਰੇਗਾਮਾ ਹੋਇਆ, ਤੇ ਉਸ ਵਿੱਚ ਤੇ ਗਣਿਤ ਉਹ ਵੀ ਮੈਂ ਕਦੀ ਸੋਚਿਆ ਨਹੀਂ ਸੀ। ਹਾਂ, ਇਹ ਕਿਵੇਂ ਹੋਇਆ? ਕਿਹਾ ਨਾ, ਇਹ ਡਿਜ਼ਾਈਨ ਵਾਸ ਐਗਜ਼ੈਕਟਲੀ, ਕਿਉਂਕਿ ਜਦ ਮੈਂ ਇੱਥੋਂ ਸਿਲੈਕਟ ਹੋ ਕੇ ਅਸੀਂ ਗਏ ਫॉर ਆਡੀਸ਼ਨਸ ਫਰੋਮ ਆਲ ਓਵਰ ਇੰਡੀਆ, ਦੇ ਵਰ 300 ਪਾਰਟਿਸਿਪੈਂਟ, ਜਿਨ੍ਹਾਂ ਤੋਂ ਉਹਨਾਂ ਨੇ ਇੱਕ ਸ਼ਡਿਊਲ ਲਈ 16 ਬॉयਜ਼ 16 ਗਰਲਸ ਕੱਢਨੇ ਹੁੰਦੇ ਆ। ਸੋ ਸੋਚਿਆ ਨਹੀਂ ਸੀ ਉਦੋਂ, ਇਹ ਸੀਗਾ ਕਿ ਇੱਕ ਰਾਊਂਡ ਤੱਕ ਪਹੁੰਚ ਜਾਈਏ, ਬਹੁਤ ਇੱਕ ਬਲੇਸਿੰਗ, ਬਿਕਾਜ਼ ਇਟ ਵਾਸ ਅ ਬਿਗ ਨੇਮ। ਉਹ ਪੂਰੀ ਜਰਨੀ ਸੁਣਾਓ ਵੀ ਕਿਵੇਂ ਹੋਇਆ, ਕਿਵੇਂ ਤੁਸੀਂ ਰਫੀ ਸੋਸਾਇਟੀ 'ਚ ਗਾ ਰਹੀ, ਰਫੀ ਸੋਸਾਇਟੀ ਦੇ ਫੰਕਸ਼ਨ 'ਚ ਗਾ ਰਹੀ ਸੀਗੀ,
ਚੇਗੋਰ 'ਚ, ਤੇ ਉੱਥੇ ਉਹਨਾਂ ਦੇ ਕੋਆਰਡੀਨੇਟਰ ਆਏ ਸੀ ਜਿਹੜੇ ਕਰਦੇ ਆ ਆਡੀਸ਼ਨਸ ਵਗੈਰਾ, ਤੇ ਉਹਨਾਂ ਨੇ ਫਿਰ ਬਾਅਦ 'ਚ ਕੁਛ ਇੱਕ ਬੱਚਿਆਂ ਨੂੰ ਕਿਹਾ ਕਿ ਤੁਸੀਂ ਮਿਲੋ, ਤੇ ਬਾਅਦ 'ਚ ਮਿਲੇ ਤੇ ਉਹਨਾਂ ਨੇ ਦੇ ਇਨਵਾਈਟਡ ਅਸ ਫॉर ਆਡੀਸ਼ਨਸ। ਨੋਇਡਾ ਸਾਡੇ ਆਡੀਸ਼ਨਸ ਹੋਏ ਸੀ, 3 ਦਿਨ ਚੱਲੇ ਸੀ। ਸੋ ਮਤਲਬ ਫਸਟ ਡੇ ਕੁਝ ਫੈਮਿਲੀ ਦਾ ਕੀ ਰਿਐਕਸ਼ਨ ਸੀ ਵੀ ਚਲੇ ਜਾਓ ਜਾਂ ਫਿਰ? No, my father was, ਮੈਂ ਵਹੀ ਬਤਾ ਰਹੀ ਹਾਂ, I have been blessed। ਤੁਸੀਂ ਕਹਿੰਦੇ ਹੋ ਨਾ, ਮਤਲਬ behind every man there is a woman, behind every woman there is a man। ਸੋ ਅਸੀਂ it has to be a balance, you know। ਮੇਰੇ ਫਾਦਰ ਸਾਹਿਬ ਨੇ ਬਹੁਤ, ਉਹ ਛੁੱਟੀ ਲੈ ਕੇ ਮੇਰੇ ਨਾਲ ਕੋਈ 20 ਦਿਨ 15 ਦਿਨ ਕਦੀ ਵੀ ਜਿੱਥੇ ਵੀ ਉਹ ਮੇਰੇ ਨਾਲ ਰਹੇ ਨੇ। ਤੁਹਾਨੂੰ ਸਪੋਰਟ ਤਾਂ ਚਾਹੀਦੀ ਹੁੰਦੀ ਹੈ ਨਾ ਘਰ ਦੇ ਵਿੱਚ, ਰਿਸ਼ਤਿਆਂ ਦੇ ਵਿੱਚ, ਕਿਉਂਕਿ ਘਰ ਦੇ ਵਿੱਚ ਕਲੇਸ਼ ਕਰਕੇ ਤੁਸੀਂ ਕਿੰਨਾ ਚਿਰ ਬਾਹਰ ਜਾ ਕੇ ਕੰਮ ਕਰ ਲੋਗੇ? ਉਹ ਤੁਸੀਂ ਇੱਕ ਆਰਟਿਸਟ ਲਈ ਬਹੁਤ ਇੱਕ ਮਾਹੌਲ ਬਹੁਤ ਜ਼ਰੂਰੀ ਹੈ, ਰਾਈਟ? ਇਨਕਰੇਜਮੈਂਟ, ਔਰ ਸਪੈਸ਼ਲੀ ਆਪਣੇ ਇੰਡੀਆ 'ਚ ਗਰਲਸ ਨੂੰ, ਤੁਹਾਨੂੰ ਪਤਾ ਹੈ ਇੱਕ ਇਹ ਵੀ ਬਹੁਤ ਵੱਡਾ, ਮੈਂ ਬਹੁਤ ਸਾਰੇ ਮੇਰੇ ਮੈਂ ਜਾਣਦੀ ਹਾਂ ਐਸੇ ਗਰਲਸ ਨੂੰ ਜਿਨ੍ਹਾਂ ਦੀ ਸ਼ਾਦੀ ਤੋਂ ਬਾਅਦ ਖਤਮ ਹੀ ਹੋ ਗਿਆ ਮਿਊਜ਼ਿਕ ਜਾਂ ਹੋਰ ਕੋਈ ਵੀ ਆਰਟ ਫॉर दैट ਮੈਟਰ, ਬਿਕੋਜ਼ ਉਹਨਾਂ ਨੂੰ ਇਨਕਰੇਜਮੈਂਟ ਹੀ ਨਹੀਂ। ਐਗਜ਼ੈਕਟਲੀ, ਬਿਲਕੁਲ। ਤੇ ਤੁਹਾਨੂੰ ਤੁਹਾਡੇ ਹਸਬੰਡ ਵੱਲੋਂ ਕਿੰਨਾ ਫਿਰ ਰਿਹਾ ਸਪੋਰਟ? ਮੈਂ ਬਲੈਸਡ ਆਈ ਵੁੱਡ ਸੇ ਕਿ ਸ਼ਾਦੀ ਤੋਂ ਪਹਿਲਾਂ ਫਾਦਰ ਸੀ ਜਿਨ੍ਹਾਂ ਨੇ ਬਹੁਤ ਇਨਕਰੇਜ ਕੀਤਾ, ਐਂਡ ਮੇਰੇ ਹਸਬੰਡ, ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਕੰਮ ਕੋਈ ਘਰ ਦੇ ਕੰਮ ਹੋਰ ਵੀ ਕੋਈ ਕਰ ਸਕਦਾ ਹੈ, ਬਟ ਰਿਆਜ਼ ਵੰਡਰਫੁਲ ਗਾ ਕੋਈ ਸਕਦਾ। ਇਟ ਸ਼ੁੱਡ ਬੀ ਲਾਈਕ ਦੈਟ ਨਾ, ਐਵੇਂ ਹੀ ਹੋਣਾ ਚਾਹੀਦਾ, ਕਿਉਂਕਿ ਮੇਰੇ ਇਨ-ਲॉज, ਮੇਰੇ ਹਸਬੰਡ, ਦੇ ਵਰ ਵੈਰੀ ਵੈਰੀ ਸਪੋਰਟਿਵ। ਤਾਂ ਹੀ ਮੈਂ ਇੱਥੇ ਬੈਠੀ ਹਾਂ ਅੱਜ ਤੁਹਾਡੇ ਨਾਲ। ਆਈ ਨੋ, ਬਿਲਕੁਲ, ਕਿਉਂਕਿ ਜੇ ਤੁਸੀਂ ਕੰਫਰਟੇਬਲ ਹੋਗੇ, ਤੁਸੀਂ ਸੈਟਲਡ ਨਜ਼ਰ ਆਓਗੇ, ਹੈ ਨਾ, ਤੇ ਫ੍ਰੀ ਮਾਈਂਡ ਹੋਏਗੇ, ਤੇ ਤਾਂ ਹੀ ਤੁਸੀਂ ਕੰਮ ਕਰ ਸਕੋਗੇ। ਕੋਈ ਮੋਟੀਵੇਸ਼ਨ ਹੈ ਕਿ ਮੇਰੇ ਨਾਲ ਇਨਕਰੇਜਮੈਂਟ ਹੈ, ਯੂ ਫੀਲ ਸੋ। ਬਿਲਕੁਲ, ਨਹੀਂ ਤਾਂ ਰੋਟੀ ਪਕਾਉਣਾ, ਭਾਂਡੇ ਮਾਂਜਣਾ, ਇਹ ਤਾਂ ਇਹ ਵੀ ਬਹੁਤ ਵੱਡੇ ਕੰਮ ਹੈ, ਨਹੀਂ ਕਹਿੰਦੀ ਉਹ ਹੈ, ਲੇਕਿਨ ਇਹ ਹੈ ਕਿ ਜੇ ਤੁਸੀਂ ਤੁਹਾਡੇ ਅੰਦਰ ਉਹ ਇੱਕ ਕੋਈ ਵੀ ਵਿਧਾ ਹੈ, ਫॉर ਐਗਜ਼ਾਮਪਲ ਜੇ ਗਾਇਕੀ ਤੋਂ ਇਲਾਵਾ ਵੀ ਲੇਡੀਜ਼ ਆਪਣਾ ਵੂਮਨ 'ਚ ਬਹੁਤ ਟੈਲੈਂਟਸ ਹੈ, ਡਾਂਸ ਹੈ, ਪੇਂਟਿੰਗ ਹੈ, ਦੇਰ ਸੋ ਮੈਨੀ। ਤੁਸੀਂ ਹੁਣ ਜਿਵੇਂ ਜਰਨਲਿਸਟ ਫੀਲਡ 'ਚੋਂ, ਤੁਹਾਡੇ ਲਈ ਵੀ ਬੜੇ ਕ੍ਰੀਏਟਿਵ ਚੀਜ਼ਾਂ ਤੁਸੀਂ ਕਰਦੇ ਹੋ, ਤੇ ਉਹਦੇ ਲਈ ਮਤਲਬ ਯੂ ਹੈਵ ਟੂ ਟੇਕ ਆਊਟ ਟਾਈਮ। ਬਿਲਕੁਲ, ਔਰ ਉਹ ਤਾਂ ਹੀ ਹੁੰਦਾ ਜਦ ਸਭ ਦੀ ਸਪੋਰਟ ਹੋਵੇ। ਬਿਲਕੁਲ, ਖਾਸ ਕਰਕੇ ਜਿਹੜੇ ਬੰਦੇ ਕ੍ਰੀਏਟਿਵ ਹੁੰਦੇ ਨੇ ਨਾ, ਉਹਨਾਂ ਨੇ ਕ੍ਰੀਏਟੀਵਿਟੀ ਨੂੰ ਪੰਖ ਲਗਾ ਕੇ ਉਹਨੂੰ ਉਡਣ ਲਾਇਕ ਬਣਾਉਣਾ। ਯੂ ਹੈਵ ਟੂ ਗਿਵ them wings। ਐਗਜ਼ੈਕਟਲੀ, ਤੇ ਬੜਾ ਇੰਪੋਰਟੈਂਟ ਹੈ ਵੀ ਬੰਦੇ ਨੂੰ ਸਪੋਰਟ ਹੋਵੇ ਪਿੱਛੋਂ, ਹੈ ਨਾ, ਨਹੀਂ ਤਾਂ ਫਿਰ ਉਹ ਆਪਣੇ ਹਿੱਸੇ ਦੇ ਰਸਤੇ ਆਪ ਤਲਾਸ਼ ਲੈਂਦੀ ਹੈ ਨਾ। ਮੈਨੂੰ ਯਾਦ ਹੈ ਵੀ ਆਲ ਇੰਡੀਆ ਰੇਡੀਓ 'ਚ ਨਾ ਸਾਡਾ ਇੱਕ ਲਾਈਵ ਪ੍ਰੋਗਰਾਮ ਹੋਇਆ ਕਰਦਾ ਸੀ, ਤੇ ਉਹ ਅਸੀਂ ਨਾ ਖਾਸ ਕਰਕੇ 12 ਤੋਂ 12:30 ਫੀਮੇਲਸ ਵਾਸਤੇ ਰੱਖਿਆ ਹੋਇਆ ਸੀ, ਭੈਣਾਂ ਦਾ ਪ੍ਰੋਗਰਾਮ ਕਹਿੰਦੇ ਸੀ ਉਹਨੂੰ। ਤੇ ਉਹਦੇ ਵਿੱਚ ਜਦੋਂ ਮੈਂ ਉਸ ਨੂੰ ਹੋਸਟ ਕਰਿਆ ਕਰਦੀ ਸੀ, ਤਾਂ ਮੈਂ ਨਾ ਮਤਲਬ ਟੌਪਿਕ ਇਹ ਰੱਖਣਾ ਵੀ ਅੱਜ ਮੈਂ ਤੁਹਾਨੂੰ ਕੋਈ ਟੌਪਿਕ ਨਹੀਂ ਦੇ ਰਹੀ, ਤੁਸੀਂ ਜੋ ਲਿਖਿਆ ਜਾਂ ਜੋ ਤੁਹਾਡੇ ਮਨ ਦੇ ਭਾਵ ਹੈ, ਰੈਂਡਮਲੀ ਤੁਸੀਂ ਹੈ ਨਾ ਜਸਟ ਡੂ ਕਾਲ, ਤੇ ਆਪਾਂ ਅੱਜ ਸਿਰਫ ਤੁਹਾਨੂੰ ਸੁਣਾਂਗੇ। ਮਤਲਬ ਯਕੀਨ ਮੰਨਿਓ, ਬੜੀ ਵਾਰ ਇੱਦਾਂ ਦੀਆਂ ਲੇਡੀਜ਼ ਹੁੰਦੀਆਂ ਸੀ ਜਿਹੜੀਆਂ ਸਾਨੂੰ ਕਹਿੰਦੀਆਂ ਸੀ ਵੀ ਮੈਂ ਨਾ ਤੁਹਾਨੂੰ ਵੀ ਅੰਦਰੋਂ ਡਾਇਰੀ ਚੱਕ ਕੇ ਲਿਆਈਆਂ, ਹੈ ਨਾ, ਵੀ ਹੁਣ ਇਸ ਟਾਈਮ ਕੋਈ ਨਹੀਂ ਸੁਣ ਰਿਹਾ ਹੋਏਗਾ, ਤੇ ਇੱਕ ਹਫ਼ਤਾ ਮੈਂ ਇੱਥੇ ਸੁਣਾ ਦਿੰਦੀ ਹਾਂ। ਤੇ ਮੈਂ ਆਪਣਾ, ਉਹਨੇ ਇਹ ਵੀ ਦੱਸਿਆ ਇੱਕ ਲੇਡੀ ਨੇ ਤਾਂ, ਵੀ ਮੈਂ ਆਪਣਾ ਨਾਮ ਵੀ ਝੂਠਾ ਦੱਸ ਰਹੀ ਹਾਂ, ਕਿਉਂਕਿ ਉਸ ਟਾਈਮ ਤਾਂ ਇਹ ਨਹੀਂ ਸੀ ਵੀ ਕਾਲ ਕਿੱਥੋਂ ਆ ਰਿਹਾ ਹੈ, ਇੰਨਾ ਟਰੈਕਿੰਗ ਸਿਸਟਮ ਨਹੀਂ ਸੀ ਹੁੰਦਾ ਵੈਨ ਆਈ ਸਟਾਰਟਡ ਦ ਰੇਡੀਓ। ਤਾਂ ਇਸ ਤਰੀਕੇ ਦੀਆਂ ਵੀ ਚੀਜ਼ਾਂ, ਕੋਈ ਬਹੁਤ ਏਜਡ ਲੇਡੀ, ਉਹਨੇ ਕਿਹਾ ਵੀ ਮੈਨੂੰ ਗਾਉਣ ਦਾ ਬੜਾ ਸ਼ੌਂਕ ਸੀ, ਮੈਨੂੰ ਸਪੋਰਟ ਨਹੀਂ ਕਿਸੇ ਨੇ ਕੀਤਾ, ਤਾਂ ਕਹਿੰਦੀ ਮੈਂ ਨਾ ਜਦੋਂ ਸਵੇਰੇ ਦੁੱਧ ਰਿੜਕਦੀ ਹਾਂ ਤੇ ਮਧਾਣੀ ਇੱਦਾਂ ਕਰਦੇ ਮੈਂ ਉਦੋਂ ਗਾਣੇ ਗਾਉਂਦੀ ਹਾਂ, ਹੈ ਨਾ, ਜਾਂ ਮੇਰਾ ਕਦੇ ਮਨ ਭਰਿਆ ਹੁੰਦਾ ਤੇ ਮੈਂ ਸਰਾਣੇ ਤੇ ਮੂੰਹ ਦੇ ਕੇ ਉਸ ਟਾਈਮ ਗਾਉਂਦੀ ਹਾਂ ਤੇ ਰੋਂਦੀ ਹਾਂ। ਮਤਲਬ ਤੁਸੀਂ ਦੇਖੋ ਵੀ ਆਪਾਂ ਉਸ ਪਰਮਾਤਮਾ ਦਾ, ਪਰਵਰਦਿਗਾਰ ਦਾ ਆਪਾਂ ਸ਼ੁਕਰੀਆ ਨਹੀਂ ਕਰਦੇ ਵੀ ਉਹਨੇ ਸਾਨੂੰ ਕਿੰਨੀਆਂ ਨਿਆਮਤਾਂ ਨਾਲ ਨਵਾਜ਼ਿਆ ਹੈ। ਬਿਲਕੁਲ, ਆਪਾਂ ਮਤਲਬ ਗ੍ਰੈਟੀਟਿਊਡ ਹੋਣਾ ਚਾਹੀਦਾ भी। खुदा अक्सर कहता है आने वालों से, चाहने वालों से कि हमेशा मांगने ही आते हो, कभी मिलने भी आया करो, लिस्ट ही दे देते हैं हमेशा, है ना, ते कदे शुकराना करन नहीं जांदे भी तू सानू की दिता है ना, ਹੋਰ ਦੇ ਦੇ, ਇਹੀ ਚੱਲੀ ਜਾਂਦਾ। ਨਹੀਂ, ਆਪਾਂ ਹੁਣ ਜੇ ਆਪਾਂ ਗੱਲਾਂ ਵੀ ਕਰਦੇ ਨਾ ਵੂਮਨ ਐਮਪਾਵਰਮੈਂਟ ਐਂਡ ਵਾਟਐਵਰ, ਬਟ ਉਹ ਕੁਝ ਪਰਸੈਂਟ ਹੀ ਹੈ। ਆਪਾਂ ਅਗਰ ਇੰਡੀਅਨ ਸਿਨੈਰੀਓ ਦੇਖੀਏ ਤਾਂ ਬਹੁਤ ਵੂਮਨ ਐਸੀ हैं ਜਿਨ੍ਹਾਂ ਨੂੰ ਹਾਲੇ ਵੀ ਮੌਕੇ ਨਹੀਂ ਹੈ, ਹਾਲੇ ਵੀ ਬਹੁਤ ਓਪਰੈਸਡ ਨੇ, ਅਨਆਰਗੇਨਾਈਜ਼ ਸੈਕਟਰ 'ਚ ਹੈ ਜਾਂ ਘਰਾਂ 'ਚ ਵੀ ਹੈ, ਉਹਨਾਂ ਦੀ ਅਪਬ੍ਰਿੰਗਿੰਗ ਹੈ, ਮਤਲਬ ਬਹੁਤ ਜ਼ਿਆਦਾ। ਅੱਛਾ, ਤੁਸੀਂ ਕੀ ਕਹੋਗੇ ਵੀ ਜਿਹੜੀ ਇੱਕ ਪਾਵਰਫੁਲ ਵੂਮਨ ਹੈ ਨਾ, ਉਹਨੂੰ ਸਾਰਾ ਕੁਝ ਕਰਨ ਦੀ ਆਜ਼ਾਦੀ ਹੈ, ਉਹ ਕਰ ਰਹੀ ਹੈ, ਜਿਵੇਂ ਹੁਣ ਆਪਾਂ ਲੋਕ ਘਰ ਤੋਂ ਬਾਹਰ ਆ ਕੇ ਕੰਮ ਕਰਦੇ ਹਾਂ, ਆਪਾਂ ਨੂੰ ਕਿਸੇ ਤਰੀਕੇ ਦਾ ਕੋਈ ਮੈਂਟਲ ਪ੍ਰੈਸ਼ਰ ਨਹੀਂ ਹੈ ਨਾ, ਤੇ ਇੱਕ ਪਾਵਰਫੁਲ ਫੀਮੇਲ ਨੂੰ ਹੈਂਡਲ ਕਰਨਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਗੁਨੀਤ, ਮਤਲਬ ਵੂਮਨ ਐਮਪਾਵਰਮੈਂਟ ਦੀ ਆਪਾਂ ਗੱਲਾਂ ਕਰਦੇ ਹਾਂ ਨਾ, ਜਿਵੇਂ ਆਪਾਂ, ਤੇ ਮੈਨੂੰ ਇਹ ਲੱਗਦਾ ਕਿ ਇਹ ਵੀ ਨਹੀਂ ਹੈ ਫੈਮਿਨਿਜ਼ਮ ਜਾਂ ਵੂਮਨ ਐਮਪਾਵਰਮੈਂਟ ਕਿ ਬਸ ਮੇਲ ਕੁਝ ਵੀ ਨਹੀਂ ਤੇ ਮੈਂ ਹੀ ਆਲ, ਮਤਲਬ I personally feel it's a two-way process and it has to be a balance between the two.
ਠੀਕ ਹੈ ਨਾ। ਤੇ ਉਹਦੇ 'ਚ ਇਹ ਹੈ ਵੀ ਦੋਨਾਂ ਦਾ ਨਾਲ ਮਿਲ ਕੇ ਚੱਲਣਾ, ਤੁਸੀਂ ਉਹਨਾਂ ਨੂੰ ਸਪੋਰਟ ਕਰੋ, ਤੁਹਾਨੂੰ ਕਰਨ। ਦੇਖੋ ਨੋਬਡੀ ਇਜ਼ ਪਰਫੈਕਟ ਜੀ ਜੀ, ਅੰਡਰਸਟੈਂਡਿੰਗ ਜ਼ਿੰਦਗੀ ਸੁਖਾਲੀ ਖੁਸ਼ਹਾਲ ਹੋ ਜਾਏਗੀ। ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ। ਖੈਰ ਆਪਾਂ ਗਾਇਕੀ ਵੱਲ ਨੂੰ ਦੁਬਾਰਾ ਹਾਂਜੀ ਆਈਏ। ਹਾਂਜੀ ਹਾਂਜੀ। ਜਿਹੜੇ ਨਾ ਹੇਕ ਦੀ ਆਪਾਂ ਗੱਲ ਕਰ ਰਹੇ ਸੀ ਹੁਣੇ ਬੈਠੇ ਥੱਲੇ, ਤੇ ਹੇਕ ਲਾਉਣਾ ਗਾਇਕੀ ਨਹੀਂ ਹੁੰਦੀ, ਕਿਉਂ ਨਹੀਂ ਹੁੰਦੀ ਬਈ? ਨਹੀਂ, ਹੇਕ ਲਾਣਾ ਗਾਇਕੀ ਹੈ, ਬਟ ਇਟ ਇਜ਼ ਵਨ ਪਾਰਟ ਆਫ ਜੀ ਗਾਇਕੀ। ਜੇ ਆਪਾਂ ਕਹੀਏ ਕਿ ਕਈ ਹੁਣ ਜਿਵੇਂ ਆਪਾਂ ਆਮ ਭਾਸ਼ਾ 'ਚ ਜਿਵੇਂ ਸੁਣੀਦਾ ਨਾ ਫੋਕ ਗਾਣਾ, ਫੋਕ ਇਜ਼ ਨਾਟ ਕਿ ਲੰਬੀ ਏਕ ਲਗਾਤੀ ਉਹੀ ਫੋਕ ਹੈ, ਉਹ ਵੀ ਫੋਕ ਹੈ, ਬਟ ਫੋਕ ਹੋਰ ਵੀ ਬਹੁਤ ਹੈ। ਸੁਰਿੰਦਰ ਕੌਰ ਜੀ ਨੇ ਜਦ ਫੋਕ ਗਾਇਆ ਅਮਰ ਕੀਤਾ, ਆਸ਼ਾ ਸਿੰਘ ਮਸਤਾਨਾ ਜੀ ਨੇ ਜੋ ਫੋਕ ਗਾਇਆ ਅਮਰ ਕੀਤਾ। ਤੇ ਮਤਲਬ ਐਸੀਆਂ ਚੀਜ਼ਾਂ ਵੀ ਨੇ, ਮਤਲਬ ਜਿਹੜੀ ਫੋਕ ਲੋਰ ਹੈ, ਫੋਕ ਇਜ਼ ਲੋਕ ਗੀਤ ਜਿਹੜੇ ਲੋਕਾਂ ਦੇ ਥਰੂ, ਟ੍ਰੈਡੀਸ਼ਨ ਦੇ ਥਰੂ ਜਨਰੇਸ਼ਨਸ ਤੋਂ ਚੱਲੇ ਆ ਰਹੇ ਨੇ, ਠੀਕ ਹੈ, ਜਿਨ੍ਹਾਂ ਨੇ ਐਨਰਿਚ ਕੀਤਾ ਸਾਡਾ ਕਲਚਰ, ਔਰ ਉਹਨਾਂ ਦਾ ਫਲੇਵਰ ਅੱਜ ਤੱਕ ਔਰ ਕਦੀ ਜਾਣ ਵਾਲਾ ਵੀ ਨਹੀਂ ਹੈ। ਤੁਹਾਡਾ ਜੋਨਰ ਇਹੀ ਹੈ ਨਾ, ਫੋਕ? ਮੇਰਾ ਜੋਨਰ, ਮੈਂ ਵੈਸੇ ਬਹੁਤ ਸਾਰੇ ਜੋਨਰ 'ਚ ਗਾਇਆ, ਪਰ ਗਜ਼ਲ ਇਜ਼ ਮਾਈ ਫੋਟੇ। ਡੋ ਫੋਕ ਵੀ ਮੈਂ ਗਾਇਆ, ਠੀਕ ਹੈ, ਫੋਕ ਵੀ ਗਾਇਆ ਮੈਂ, ਪੰਜਾਬੀ ਟੀਵੀ ਸੀਰੀਅਲਸ 'ਚ ਜੋ ਵੀ ਗਾਇਆ ਹੈਗਾ। ਸੋ ਫੋਕ ਮੈਂ ਗਾਉਂਦੀ ਹਾਂ ਸਟੇਜ 'ਤੇ, ਪਰ ਬਹੁਤ ਜ਼ਿਆਦਾ ਨਹੀਂ, ਬਟ ਇਟ ਇਜ਼ ਪਾਰਟ ਆਫ ਮਾਈ ਰੈਪਰਟਰੀ। ਆਪਾਂ ਤੁਹਾਡੇ ਸਾਰੇ ਰੰਗ ਸੁਣਨੇ ਆ, ਫੋਕ ਸੁਣਾਓ। ਕੋਠੇ ਤੇ ਮੀ ਵਸਦਾ, ਕੋਠੇ ਤੇ ਮੀ ਵਸਦਾ, ਕਸਮ ਖੁਦਾ ਦੀ ਚੰਨਾ ਸਾਡੇ ਦਿਲ ਵਿੱਚ ਤੂੰ ਵਸਦਾ, ਕਸਮ ਖੁਦਾ ਦੀ ਚੰਨਾ ਸਾਡੇ ਦਿਲ ਵਿੱਚ ਤੂੰ ਵਸਦਾ। ਦੋ ਤਾਰਾਂ ਲਿਸ਼ਕ ਦੀਆਂ, ਦੋ ਤਾਰਾਂ ਲਿਸ਼ਕ ਦੀਆਂ, ਮੈਂ ਤੇਰੀ ਨਬਜ਼ ਵੇਖੀ ਤੈਨੂੰ ਮਰਜ਼ਾਂ ਇਸ਼ਕ ਦੀਆਂ, ਮੈਂ ਤੇਰੀ ਨਬਜ਼ ਵੇਖੀ ਤੈਨੂੰ ਮਰਜ਼ਾਂ ਇਸ਼ਕ ਦੀਆਂ। ਕੋਠੇ ਤੇ ਆ ਮਾਇਆ, ਕੋਠੇ ਤੇ ਆ ਮਾਇਆ, ਮਿਲਣਾ ਤਾਂ ਮਿਲ ਆ ਕੇ, ਨਹੀਂ ਤੇ ਖਸਮਾਂ ਨੂੰ ਖਾ ਮਾਇਆ। ਦਿਸ ਇਜ਼ ਔਨ ਅ ਹਿਊਮਰਸ ਨੋਟ, ਕਿਉਂਕਿ ਫੋਕ ਨੂੰ ਕਿੰਨੀ ਤਰ੍ਹਾਂ ਨਾਲ ਤੁਸੀਂ ਪ੍ਰੈਜ਼ੈਂਟ ਕੀਤਾ। ਜੇ ਵਿਆਹ 'ਚ ਗਾ ਰਹੇ ਹੋ ਤੇ ਚਿੱਟਾ ਕੁੱਕੜ ਬਨੇਰੇ ਤੇ, ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ। ਇੰਨਾ ਮਜ਼ੇਦਾਰ ਹੈ। ਤੁਸੀਂ ਦੇਖੋ ਇਹ ਕਲਚਰ ਆਪਣਾ ਕਿੰਨਾ ਰਿਚ ਹੈ ਨਾ। ਆਪਾਂ ਜੇ ਕਿਸੇ ਨੂੰ ਤਾਨਾ ਵੀ ਦੇਣਾ ਹੈ, ਚੁੰਡੀ ਵੱਢਣੀ ਹੈ ਪਿਆਰ ਨਾਲ, ਜੇ ਤੇ ਖਸਮਣ ਖਾ ਮਾਈ ਹੈ, ਉਹਦੇ 'ਚ ਪਿਆਰ ਵੀ ਚੱਲ ਰਿਹਾ, ਉਹਦੇ 'ਚ ਨਿਹੋਰਾ ਵੀ ਹੈ ਨਾ, ਫੀਲ ਵੀ ਹੈ। ਹੀਰਾ ਲੱਖ ਸਵਾ ਲੱਖ ਦਾ ਏ, ਤੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ, ਤੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ। ਸੋ ਹਰ ਚੀਜ਼ ਹੈ, ਫੋਕ ਇਜ਼ ਸੋ ਰਿਚ। ਦੇਖੋ ਇੱਕੋ ਹੀ ਟੱਪੇ 'ਚ ਤੁਸੀਂ ਕਿੰਨੇ ਟੱਪੇ, ਕਿਤਨੇ ਰੰਗ, ਕਿੰਨੇ ਤੁਸੀਂ ਦਿਖਾ ਸਕਦੇ ਹੋ। ਜਦੋਂ ਉਹ ਆਪਾਂ ਰਿਐਲਿਟੀ ਸ਼ੋਜ਼ ਦੀ ਗੱਲ ਕਰਦੇ ਹਾਂ ਨਾ, ਹੁਣ ਤੁਸੀਂ ਤਾਂ ਇਸ ਵਿੱਚੋਂ ਗੁਜ਼ਰੇ ਹੋ, ਤੇ ਰਿਐਲਿਟੀ ਸ਼ੋਜ਼ ਦਾ ਮੰਜ਼ਰ ਉਸ ਵਕਤ ਕੀ ਹੋਇਆ ਕਰਦਾ ਸੀ? ਜਿਵੇਂ ਹੁਣ ਅੱਜ ਕੱਲ੍ਹ ਨਾ, ਕਿਉਂਕਿ ਸੋਸ਼ਲ ਮੀਡੀਆ ਤੇ ਜਾਂਦੇ ਆ, ਹੁਣ ਤਾਂ ਜ਼ਮਾਨਾ ਆ ਗਿਆ ਵੀ ਉਹ ਰੀਲਸ 1080s ਵਿੱਚ ਹੀ ਕੰਟੈਂਟ ਜਾਂਦਾ ਸਾਰਾ, ਵੱਡਾ ਫਰੇਮ, ਕੋਈ ਵੱਡਾ ਪ੍ਰੋਗਰਾਮ ਕੋਈ ਪਾ ਕੇ ਨਹੀਂ ਰਾਜ਼ੀ, ਨਾ ਕੋਈ ਦੇਖ ਕੇ ਰਾਜ਼ੀ ਹੈ। ਤੇ ਹੁਣ ਓਨੀ ਕੀ ਚੀਜ਼ ਹੀ ਵਿੱਚੋਂ ਕੱਟ ਕਰਕੇ ਵਾਇਰਲ ਕੀਤੀ ਜਾਂਦੀ ਹੈ, ਜਿਹੜਾ ਇੱਕ ਅਲਟੀਮੇਟਲੀ ਮਸਾਲਾ ਹੁੰਦਾ ਹੈ ਨਾ। ਤੇ ਰਿਐਲਿਟੀ ਸ਼ੋਜ਼ ਦੇ ਨਾਮ ਤੇ ਵੀ ਹੁਣ ਇੱਕ ਤਰ੍ਹਾਂ ਦਾ ਵੀ ਉਹ ਧੱਬਾ ਹੀ ਲੱਗ ਗਿਆ ਹੈ ਨਾ, ਵੀ ਲੋਕੀ ਐਂ ਕਹਿੰਦੇ ਨੇ। ਪਰ ਜਿਹੜਾ ਤੁਹਾਡੇ ਵਾਲਾ ਸਿਸਟਮ ਸੀ ਉਹ ਬੜਾ ਪਾਇਸ ਸੀ ਔਰ ਬੜਾ ਟ੍ਰਾਂਸਪੇਰੈਂਟ ਸੀ, ਹੈ ਨਾ। ਜੋ ਸਾਰੇਗਾਮਾ ਦਾ ਪਲੇਟਫਾਰਮ ਹੈ, ਉਦੋਂ ਸ਼ੁਰੂ ਹੀ ਹੋਇਆ ਸੀ। ਦਿਸ ਵਾਸ ਦਾ ਫਸਟ ਪ੍ਰੋਗਰਾਮ ਔਨ ਜ਼ੀ ਟੀਵੀ ਜੋ ਸਿੰਗਿੰਗ ਨੂੰ ਪ੍ਰਮੋਟ ਕਰਨ ਲਈ ਬਣਿਆ ਜੀ। ਉਸ ਵੇਲੇ ਹੋਰ ਕੋਈ ਇੱਦਾਂ ਦਾ ਨਹੀਂ ਸੀ। ਉਸ ਤੋਂ ਬਾਅਦ ਆਇਆ ਸੀ ਆਪਣਾ, ਜਿਸ 'ਚੋਂ ਸੁਨਿਧੀ ਜੀ ਆਏ ਨੇ, ਠੀਕ ਹੈ, ਲੇਕਿਨ ਪਹਿਲਾਂ ਜ਼ੀ ਟੀਵੀ ਦਾ ਸਾਰੇਗਾਮਾ ਸੀਗਾ, ਤੇ ਉਹਦੇ 'ਚ ਕੋਈ ਵੋਟਿੰਗ ਸਿਸਟਮ ਨਹੀਂ ਸੀ। ਦ ਲੈਜੈਂਡਸ ਯੂਜ਼ਡ ਟੂ ਕਮ, ਕੋਈ ਵਾਈਲਡ ਕਾਰਡ ਐਂਟਰੀ ਨਹੀਂ ਸੀ, ਕੁਝ ਨਹੀਂ, ਵਾਈਲਡ ਕਾਰਡ ਐਂਟਰੀ ਨਹੀਂ ਸੀ। ਤੋ ਆਉਂਦੇ ਸੀਗੇ, ਰਾਊਂਡ ਸੀਗੇ ਡਿਫਰੈਂਟ ਤਰ੍ਹਾਂ ਦੇ, ਤਾਲ ਰਾਊਂਡ ਹੈ, ਰਾਗ ਰਾਊਂਡ ਹੈ, ਮਤਲਬ ਡਿਫਰੈਂਟ ਰਾਊਂਡ, ਯੂ ਵਰ ਟੈਸਟਡ ਔਨ ਡਿਫਰੈਂਟ ਕ੍ਰਾਈਟੇਰੀਆਜ਼। ਤੇ ਉਸੇ ਵੇਲੇ ਨਾਲ ਦੀ ਨਾਲ ਉਹਨਾਂ ਨੇ ਤੁਹਾਨੂੰ ਰਿਜ਼ਲਟਸ ਦੇਣੇ। ਕਿੰਨੇ ਰਾਊਂਡਸ ਸੀ ਪ੍ਰੋਗਰਾਮ ਦੇ? ਦੇਖੋ ਉਹਦੇ 'ਚ ਜਿਵੇਂ ਬੇਸਿਕਲੀ 3 ਐਪੀਸੋਡਸ 'ਚ ਸਿੰਗਰ ਜਾਂਦਾ ਸੀ ਜੇ ਉਹ ਕੁਆਲੀਫਾਈ ਕਰਦਾ ਹੈ। ਜਿਵੇਂ ਅਗਰ ਤੁਸੀਂ ਕੁਆਟਰ ਫਾਈਨਲ ਕੁਆਲੀਫਾਈ ਕਰਦੇ ਹੋ, ਯੂ ਰੀਚ ਸੈਮੀ ਫਾਈਨਲਸ, ਸੈਮੀ ਫਾਈਨਲ ਕੁਆਲੀਫਾਈ ਕਰਦੇ ਹੋ ਤੇ ਫਾਈਨਲਸ ਜੀ,
ਤੇ ਉਹ ਛੰਟਣੀ ਹੁੰਦੇ ਫਿਰ ਯੂ ਰੀਚ ਅੱਛਾ, ਜਦੋਂ ਮਤਲਬ ਕਿ ਉਹ ਇੰਨੀ ਬਰੀਕੀ ਦੇ ਨਾਲ ਛਾਂਟੀ ਕਰਦੇ ਨੇ, ਹਨਾ, ਤੇ ਤੁਹਾਡਾ ਐਕਸਪੀਰੀਅੰਸ ਕੀ ਰਿਹਾ? ਕੁਝ ਹੈ ਜ਼ਹਿਨ 'ਚ ਕੁਝ ਤਾਜ਼ਾ? ਇੱਕ ਤਾਂ ਫਖਰ ਦੀ ਗੱਲ ਸੀ, ਇੰਨੇ ਵੱਡੇ ਲੈਜੈਂਡਸ ਦੇ ਸਾਹਮਣੇ ਗਾਣਾ। ਵਾਹ, ਯਾ ਫਖਰ ਦੀ ਗੱਲ ਸੀ ਸਾਡੇ ਲਈ, ਬਿਕੋਜ਼ ਉਸਤਾਦ ਅਹਿਮਦ ਹੁਸੈਨ ਸਾਹਿਬ, ਮੈਂ ਮੁਹੰਮਦ ਹੁਸੈਨ ਸਾਹਿਬ, ਜਿਨ੍ਹਾਂ ਨੂੰ ਸੁਣ ਕੇ ਅਸੀਂ, ਬੇਗਮ ਪਰਵੀਨ ਸੁਲਤਾਨਾ ਜੀ, ਠੀਕ ਹੈ, ਅਨਿਲ ਬਿਸਵਾਸ ਜੀ, ਈਵਨ ਜਗਜੀਤ ਜੀ, ਯੂ ਨੋ, ਮਤਲਬ ਜਿਨ੍ਹਾਂ ਨੂੰ ਤੁਸੀਂ ਆਈਡਲਾਈਜ਼ ਕਰਦੇ ਹੋ, ਉਹਨਾਂ ਦੇ ਸਾਹਮਣੇ ਗਾਣਾ, ਇਟ ਵਾਜ਼ ਅ ਆਨਰ ਫॉर ਅਸ, ਹੈ ਨਾ। ਤੇ ਓਬਵੀਅਸਲੀ ਗਾਣ ਤੋਂ ਬਾਅਦ ਜਦ ਉਹਨਾਂ ਨਾਲ ਇੰਟਰੈਕਸ਼ਨ ਹੁੰਦੀ ਸੀ, ਉਹਨਾਂ ਦੀ ਸੁਜੈਸ਼ਨਸ, ਉਹਨਾਂ ਤੋਂ ਕਿੰਨਾ ਕੁਝ ਅਸੀਂ ਸਿੱਖਦੇ ਹਾਂ। ਸੋ ਉਹ ਇੱਕ ਬਹੁਤ ਹੀ ਐਨਰਿਚਿੰਗ ਐਕਸਪੀਰੀਅੰਸ। ਕੋਈ ਯਾਦਗਾਰੀ ਕਿੱਸਾ ਤਾਂ ਸੁਣਾਓ ਉਦੋਂ ਦਾ ਕੁਝ। ਦੇਖੋ, ਮੇਰਾ ਯਾਦਗਾਰੀ ਕਿੱਸਾ ਤਾਂ ਇਹੀ ਹੈ ਕਿ ਜਦ ਮੈਂ फाइनल विन ਕੀਤਾ, सेमीफाइनल विन ਕੀਤਾ, ਤੇ बेगम परवीन सुल्ताना जी ने कहा, आप सीखती हैं कहीं? सो मैंने कहा, मैम सीखा है बट फ़िलहाल। कहते नहीं, आइए बॉम्बे, आइए यहाँ सीखिए। तो कहते आज आपको जो मार्क्स मिले हैं वो भाव के मिले हैं, एक्सप्रेशंस, और ये एक्सप्रेशंस ऐसे ही बरकरार रहे। वंडरफुल। एंड व्हाट वाज द सॉन्ग यू संग इन द उस एपिसोड में मैंने बहुत कुछ गाया था। उस एपिसोड में मैं पंजाबी भी राउंड था, उसमें रीजनल राउंड था, ਉਹਦੇ 'ਚ ਮੈਂ ਗਾਇਆ ਸੀ ਬੋਲਦਾ ਬਨੇਰੇ ਉੱਤੇ ਕਾਂ, ਤੇ ਉਹਦੇ 'ਚ ਇੱਕ ਸੀਗਾ ਰਾਗ ਰਾउंड ਸੀਗਾ, ਉਹਦੇ 'ਚ ਮੈਂ ਗਾਈ ਸੀ ਉਹ रहते थे कभी जिनके दिल में हम आज, राइट। सो ਇੱਕ ਰਾउंड ਸੀਗਾ ਟਰੈਕ ਰਾउंड, ਉਸ 'ਚੋਂ ਟਰੈਕ ਚਲਾਉਂਦੇ ਸੀ, ਯੂ ਹੈਵ ਟੂ ਪੁੱਟ ਇਨ ਯੋਰ ਵੌਇਸ ਇਨ ਦੈਟ। ਸੋ ਉਸ 'ਚ ਡਿਫਰੈਂਟ ਤਰ੍ਹਾਂ ਦੇ ਗੀਤ ਸੀਗੇ। ਓਕੇ, ਤੁਸੀਂ ਗਾਇਕੀ ਦੇ ਨਾਲ ਕਦੀ ਕੋਸ਼ਿਸ਼ ਕੀਤੀ ਵੀ ਮੈਂ ਕੁਝ ਲਿਖਾਂ ਵੀ, ਤੇ ਆਪਣਾ ਲਿਖਿਆ ਤੁਸੀਂ ਕਦੇ ਕੁਝ ਗਾਇਆ? ਗੁੱਡੀ, ਲਿਖਣ ਦਾ ਐਸਾ ਹੈ ਕਿ ਮੈਂ ਛੋਟਾ ਮੋਟਾ ਲਿਖਿਆ, ਬਟ ਆਈ ਹੈਵ ਨੈਵਰ ਸੰਗ them। ਮੈਨੂੰ ਇਹ ਲੱਗਦਾ ਵੀ ਉਸ ਲਾਇਕ ਨਹੀਂ ਹੈ ਕਿ ਮੈਂ ਉਹਨਾਂ ਨੂੰ ਹਾਲੇ ਸਟੇਜ ਤੇ ਜਾਂ ਤੁਸੀਂ ਕੁਝ ਆਪਣਾ ਕੰਪੋਜ਼ ਕੀਤਾ, ਸੁਣਾਓ, ਮੈਂ ਉਹ ਸੁਣਨਾ ਚਾਹੁੰਦੀ ਹਾਂ। ਦੇਖੋ, ਕੰਪੋਜੀਸ਼ਨਸ ਮੈਂ ਆਪਣੇ ਗੁਰੂ ਜੀ ਦੀ ਹੀ ਗਾਈਆਂ ਜੀ, ਠੀਕ ਹੈ। ਜਿਵੇਂ ਮੈਂ ਸ਼ਿਵ ਬਟਾਲਵੀ ਜੀ ਵੀ ਗਾਏ ਨੇ, ਮੈਂ ਪਾਤਰ ਸਾਹਿਬ ਨੂੰ ਵੀ ਗਾਇਆ, ਮਤਲਬ ਮੇਰੇ ਗੁਰੂ ਜੀ ਦੀ ਹੀ ਕੰਪੋਜੀਸ਼ਨਸ ਨੇ ਉਹ, ਬਿਕੋਜ਼ ਮੈਨੂੰ ਲੱਗਦਾ ਬਹੁਤ ਐਨਰਿਚਿੰਗ ਹੈ, ਸੈਮੀ ਕਲਾਸਿਕਲ ਬੇਸਡ ਹੈ ਉਹਨਾਂ ਦਾ, ਤੇ ਉਹਦੇ 'ਚ ਗਾਇਕੀ ਦਾ ਸਕੋਪ ਹੈ, ਰੂਹਦਾਰੀ ਹੈ, ਸੋਲ ਹੈ ਉਹਦੇ 'ਚ। ਸੋ ਐਸੀ ਚੀਜ਼ਾਂ ਗਾਣਾ ਇੱਕ ਆਰਟਿਸਟ ਲਈ ਇੱਕ ਬਹੁਤ ਵੱਡੀ ਗੱਲ ਹੈ। ਬਿਲਕੁਲ। ਮਜ਼ਾ ਸ਼ਿਵ ਦਾ ਕੁਝ ਸੁਣਾਓ। ਸ਼ਿਵ ਦਾ ਮੈਂ ਸੁਣਾਣੀ, ਮੈਂ ਆਪਣੇ ਗੁਰੂ ਜੀ ਦੀ ਹੀ ਕੰਪੋਜੀਸ਼ਨ ਸੁਣਾ ਦਿਆਂ ਤੁਹਾਨੂੰ ਜੀ। ਰਾਤ ਗਈ ਕਰ ਤਾਰਾ ਤਾਰਾ, ਯਾ रात गई कर तारा तारा, होया दिल दा दर्द अदारा, रात गई कर तारा तारा, अखां होया हंजू हंजू, अखां होया हंजू हंजू, दिल दा शीशा पारा पारा, रात गई कर तारा तारा। ਥੈਂਕ ਯੂ। ਜਿਵੇਂ ਨਾ ਅੱਜ ਕੱਲ ਲੋਕ ਕਹਿੰਦੇ ਆ ਵੀ ਹੁਣ ਮਸ਼ੀਨਸ ਆ ਗਈਆਂ ਸਾਡੇ ਕੋਲ, ਆਟੋ ਟਿਊਨ ਹੋ ਗਿਆ, ਹੁਣ ਤਾਂ ਕੋਈ ਵੀ ਬੰਦਾ ਗਾ ਸਕਦਾ, ਤੇ ਅਸਲੀ ਗਾਉਣਾ ਤੇ ਮਸ਼ੀਨ ਦਾ ਸਹਾਰਾ ਲੈ ਕੇ ਗਾਉਣਾ, ਕਿੰਨਾ ਕੁ ਫਰਕ ਹੈ? ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ, ਪਹਿਲੀ ਵਾਰ ਜਦ ਮੈਂ ਆਲ ਇੰਡੀਆ ਰੇਡੀਓ ਤੇ ਆਡੀਸ਼ਨ ਦਿੱਤਾ, ਉੱਥੇ ਤੁਹਾਨੂੰ ਹਾਰਮੋਨੀਅਮ ਵਜਾਣੇ, ਸਾ ਔਰ ਪਾ ਦਬਾ ਕੇ ਗਾਓ। ਓਕੇ, ਸੋ ਦੈਟ ਟੈਸਟ ਹੈ। ਹੁਣ ਜਿਵੇਂ ਹੁਣ ਮੈਂ ਬਿਨਾਂ ਮਿਊਜ਼ਿਕ ਤੋਂ ਗਾ ਰਹੀ ਹਾਂ। ਬਿਲਕੁਲ, ਮੈਂ ਉਹੀ ਕਹਿ ਰਹੀ ਹਾਂ ਵੀ ਲੋੜ ਹੀ ਨਹੀਂ ਹੈ ਕਿਸੇ ਸਾਜ਼ ਦੀ ਜਾਂ ਕੁਛ ਦੀ। ਨਹੀਂ ਲੋੜ, ਮਤਲਬ ਇਨ ਦ ਸੈਂਸ ਆਬਵੀਅਸਲੀ ਸਾਜ਼ ਜੋ ਇੱਕ ਬਣਾਵਟ ਬਣਾਉਂਦਾ ਹੈ, ਦੇ ਆਰ ਬੈਕਬੋਨ ਆਫ ਐਨੀ ਵੋਕਲ ਪਰਫਾਰਮੈਂਸ, ਨੋ ਡਾਊਟ, ਬਟ ਸੁਰ ਤਾਲ ਰੱਬ ਦੀ ਦੇਣ ਹੈ ਜੀ। ਅੱਛਾ, ਰਿਆਜ਼ ਕਿੰਨਾ ਕੁ ਇੰਪੋਰਟੈਂਸ ਰੱਖ? ਵੈਰੀ ਇੰਪੋਰਟੈਂਟ। ਅਗਰ ਤੁਸੀਂ ਤਾਂ ਉਮਰ ਗਾਣਾ ਹੈ ਤਾਂ ਉਹਦੇ ਲਈ ਰਿਆਜ਼ ਚਾਹੀਦਾ। ਗੁਰੂ ਜੀ ਕਹਿੰਦੇ ਨੇ ਕਰਤ ਵਿਦਿਆ ਹੈ, ਇਟ ਇਜ਼ ਅ ਕਰਤ ਵਿਦਿਆ। ਜਿਵੇਂ ਮਸ਼ੀਨ ਦੀ ਗਰਾਰੀ ਚੱਲਦੀ ਹੈ, ਜੇ ਉਹਨੂੰ ਚਲਾਉਂਦੇ ਰਹੋਗੇ, ਜੇ ਨਹੀਂ ਚਲਾਉਂਗੇ, ਜਿੱਥੇ ਹਰਕਤ ਮੁਰਕੀ ਲੱਗਣੀ ਨਹੀਂ ਲੱਗੇਗੀ, ਸੁਰ ਹੀ ਨਹੀਂ ਲੱਗੇਗਾ। ਓਕੇ, ਤੇ ਐਦਾਂ ਵੀ ਹੁੰਦਾ ਜਿਵੇਂ ਕੁਝ ਵੱਡੇ ਆਰਟਿਸਟ ਕਹਿੰਦੇ ਆ ਵੀ ਹੁਣ ਤਾਂ ਸਾਡੇ ਗਲੇ ਪੱਕ ਗਏ, ਵੀ ਹੁਣ ਅਸੀਂ ਕਦੇ ਵੀ ਗਾ ਸਕਦੇ ਹਾਂ। ਕਿਸੇ ਵੀ ਵੱਡੇ ਆਰਟਿਸਟ ਨੂੰ ਇਹ ਕਹਿੰਦੇ ਸੁਣਿਆ ਹੀ ਨਹੀਂ ਕਿ ਰਿਆਜ਼ ਤੋਂ ਬਿਨਾਂ ਕੁਝ ਪੋਸੀਬਲ ਹੈ। ਮਤਲਬ ਅਸੀਂ ਤਾਂ ਹਾਲੇ ਸਮੁੰਦਰ 'ਚ ਇੱਕ ਕਤਰਾ ਆ, ਇੰਨੇ ਵੱਡੇ ਆਰਟਿਸਟ ਹੁਣ ਤੱਕ ਵੀ ਇੰਨੇ ਘੰਟੇ ਰਿਆਜ਼ ਕਰਦੇ ਨੇ।
ਓਕੇ ਰਾਈਟ, ਕਿਉਂਕਿ ਇਹ ਤਾਂ ਇੱਕ ਤਰ੍ਹਾਂ ਦੀ ਇਬਾਦਤ ਹੈ ਉਹਨਾਂ, ਮਤਲਬ ਉਹਨਾਂ ਨੇ ਤਾਂ ਤਪੱਸਿਆ ਕੀਤੀ। ਹੁਣ ਕੌਸ਼ਿਕੀ ਜੀ ਨੂੰ ਸੁਣ ਲਓ ਤੁਸੀਂ, ਜਗਜੀਤ ਜੀ, ਮਤਲਬ ਬਿਗ ਨੇਮਸ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਡੈਡੀਕੇਟ ਕੀਤੀ ਮਿਊਜ਼ਿਕ ਨੂੰ। ਤਾਂ ਐਵਰੀਬਡੀ, ਮੈਨੂੰ ਨਹੀਂ ਲੱਗਦਾ ਕੋਈ ਵੀ ਇਹ ਕਹਿੰਦਾ ਹੋਇਆ ਕਿ ਹੁਣ ਤਾਂ ਸਾਨੂੰ ਆ ਗਿਆ। ਹੁਣ ਲਤਾ ਜੀ ਐਂਡ ਤੱਕ ਰਿਆਜ਼ ਤੋਂ ਬਿਨਾਂ ਤਾਂ ਹੈ ਹੀ ਨਹੀਂ ਕੁਝ। ਮਿਊਜ਼ਿਕ ਰਿਆਜ਼ ਤੋਂ ਬਿਨਾਂ ਜ਼ੀਰੋ ਹੈ। ਜੋ ਆਵਾਜ਼ ਦੀ ਚਮਕ ਹੈ, ਆਵਾਜ਼ 'ਚ ਸੁਰ ਹੈ, ਉਹ ਤਾਂ ਹੀ ਬਰਕਰਾਰ ਰਹੇਗਾ ਜੇ ਤੁਸੀਂ ਰਿਆਜ਼, ਮੁਰਗੀਆਂ, ਉਹ ਤਮਾਮ ਹਰਕਤ ਚੀਜ਼ਾਂ, ਮੁਰਗੀ ਸਭ ਉਹਦੇ ਨਾਲ ਹੀ। ਓਕੇ ਜੀ। ਤੇ ਫਿਰ ਇੱਕ ਆਰਟਿਸਟ ਆਪਣੇ ਗਲੇ ਦਾ ਕਿੰਨਾ ਕੁ ਧਿਆਨ ਰੱਖਦਾ? ਦੇਖੋ ਧਿਆਨ ਤਾਂ ਰੱਖਣਾ ਪੈਂਦਾ ਹੈ ਨਾ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਜਿਵੇਂ ਹੁਣ ਮੈਨੂੰ ਹਰ ਇੱਕ ਦਾ ਆਪਣਾ ਬੋਡੀ ਉਹ ਹੈ, ਤੇ ਮੈਨੂੰ ਖੱਟਾ ਆਈ ਅਵੋਇਡ, ਮੇਰਾ ਫੜਿਆ ਜਾਂਦਾ ਫਿਰ ਤਾਂ ਸੌਰੀ, ਨਹੀਂ ਤੋ ਥੋੜਾ ਜਿਹਾ ਪਰਹੇਜ਼ ਥੋੜਾ ਜਿਹਾ ਕਰਨਾ ਪੈਂਦਾ। ਮੈਂ ਸਮਝਦੀ ਹਾਂ। ਜਿਵੇਂ ਅਸੀਂ ਨਾ ਸੁਣਿਆ ਵੀ ਤਾਨਸੇਨ ਜਦੋਂ ਗਾਇਆ ਕਰਦੇ ਸੀ ਵੀ ਉਦੋਂ ਬਾਰਿਸ਼ ਹੋ ਜਾਂਦੀ ਸੀ, ਇਹ ਵਾਕਈ ਮਤਲਬ ਇਹ ਸਹੀ ਗੱਲ ਹੈ? ਕਿ ਮੈਨੂੰ ਲੱਗਦਾ ਸਿੰਬੋਲਿਕ ਸੀਗਾ ਕਿ ਉਹ ਗਾਉਂਦੇ ਸੀ, ਮਤਲਬ ਉਹਨਾਂ ਦੀ ਗਾਇਕੀ 'ਚ ਇੰਨੀ, ਜਿਵੇਂ ਕਹਿੰਦੇ ਨਾ ਉਹ ਦੀਪਕ ਜਲ ਜਾਂਦੇ ਸੀ, ਇੰਨੀ ਊਰਜਾ ਸੀ ਦੈਟ ਯੂ ਫੈਲਟ ਦੈਟ ਵਾਰਮਥ, ਇੰਨੀ ਗਰਮੀ ਲੱਗਦੀ ਸੀ। ਮਤਲਬ ਉਸ ਤਰ੍ਹਾਂ ਦੇ ਇਹ ਕਿਵਦੰਤੀਆਂ ਨੇ ਜਿਹੜੀ, ਉਹ ਇੱਕ ਸਿੰਬਲ ਸੀਗਾ ਕਿ ਉਹਨਾਂ ਦੀ ਗਾਇਕੀ 'ਚ ਇੰਨਾ ਐਨਰਜੀ ਸੀਗੀ ਉਹਨਾਂ ਦੇ 'ਚ। ਹੁਣ ਤੁਸੀਂ ਕਦੀ ਉਹਨਾਂ ਨੂੰ ਵਡਾਲੀ ਜੀ ਨੂੰ ਸੁਣੋ, ਉਹਨਾਂ ਨੇ ਤਾਨਸੇਨ ਜੀ ਦੇ ਜਿੱਥੇ ਉਹ ਗਾਉਂਦੇ ਸੀ ਉੱਥੇ ਗਾਇਆ ਹੈ। ਉਹ ਕਹਿੰਦੇ ਮੈਂ ਬਿਨਾਂ ਮਾਈਕ ਤੋਂ ਗਾਇਆ। ਉਹਨਾਂ ਦੀ ਆਵਾਜ਼ ਦੀ ਖਨਕ ਦੇਖੋ, ਰਿਆਜ਼ ਇੰਨੇ ਸਾਲਾਂ ਦਾ ਰਿਆਜ਼, ਮਤਲਬ ਗਲਾ ਬੋਲਦਾ ਹੈ। ਬਿਲਕੁਲ। ਤੇ ਜਦੋਂ ਗਾਇਕੀ ਦੇ ਵਿੱਚ ਜਿਹੜੇ ਸੁਰਾਂ ਦਾ ਲੱਗਣਾ ਆਪਾਂ ਕਹਿੰਦੇ ਆ, ਹੈ ਨਾ, ਜਾਂ ਰਾਗਾਂ ਦੀ ਇੰਪੋਰਟੈਂਸ ਹੈ, ਰਾਗਾਂ ਦਾ ਟਾਈਮ, ਇਹ ਮੈਨੂੰ ਹਮੇਸ਼ਾ ਕਿਉਰਿਓਸਿਟੀ ਰਹੀ ਹੈ ਵੀ ਰਾਗ ਫਲਾਣੇ ਟਾਈਮ ਤੇ ਉਹ ਜ਼ਿਆਦਾ ਵਧੀਆ ਇੰਪੈਕਟ ਦਿੰਦਾ ਹੈ। ਇਹਨੂੰ ਕਲੀਅਰ ਕਰੋ। ਇਹ ਸਵਰ ਜਿਹੜੇ ਹੁੰਦੇ ਆ ਨਾ, ਉਹਨਾਂ ਦੀ ਕੰਬੀਨੇਸ਼ਨਸ ਹੈ ਜੀ, ਤੇ ਉਹ ਸ਼ਾਮ ਦਾ ਯਮਨ ਹੈ, ਜਿਵੇਂ ਹੁਣ ਸ਼ਾਮ ਦਾ ਰਾਗ ਹੈ, ਉਹਦੇ ਜਿਹੜੇ ਸਵਰ ਹੋਣਗੇ ਉਹ ਉਸ ਵੇਲੇ ਜ਼ਿਆਦਾ ਖਿਲ ਕੇ ਆਉਂਦੇ ਆ। ਜਿਵੇਂ ਹੁਣ ਜਿਹੜੇ ਕੰਪੋਨੈਂਟਸ ਹੈ ਜਾਂ ਪਰਮਾਣੂ ਹੈ ਉਹ ਜ਼ਿਆਦਾ ਐਕਟਿਵ ਹੁੰਦੇ ਆ, ਤੇ ਉਹ ਕੁਦਰਤ ਕਾਇਨਾਤ ਤੁਹਾਨੂੰ ਹੈਲਪ ਕਰਦੀ ਹੈ ਨਾਲ ਕੁਝ ਐਸਾ। ਆਬਵੀਅਸਲੀ ਉਹ ਸਵਰ ਹੀ ਉਸ ਟਾਈਮ ਦੇ ਨਾਲ, ਜਿਵੇਂ ਪ੍ਰਾਤः ਕਾਲ ਦੇ ਰਾਗ ਜੀ, ਸ਼ਾਮ ਦੇ ਰਾਗ, ਉਹ ਸਵਰਾਂ ਦਾ ਜੋ ਜੋੜ ਹੈ, ਜੋ ਕੰਬੀਨੇਸ਼ਨ ਬਣਿਆ ਹੋਇਆ, ਉਸ ਹਿਸਾਬ ਨਾਲ ਹੈ ਕਿ ਜੋ ਮੈਚ ਕਰਦਾ ਵਿਦ ਦਾ with the environment the time। ਜਿਵੇਂ ਹੁਣ ਆਪਾਂ ਰੰਜਿਸ਼ੀ ਸੇ ਗਾਣੇ ਆ ਜਾਂ ਯਮਨ 'ਚ ਕਿੱਦਾਂ ਹੀ ਗਾਣੇ ਆ, ਤੇ ਉਹ ਉਸ ਵੇਲੇ ਜ਼ਿਆਦਾ ਖਿਲਦੇ। ਮਤਲਬ ਜਦੋਂ ਕਨਸਰਟ ਦੇ ਦੌਰਾਨ ਫਿਰ ਆਪਾਂ ਰਾਗਾਂ ਦਾ ਧਿਆਨ ਕਿਵੇਂ ਰੱਖਦੇ ਹਾਂ? ਦੇਖੋ ਉਸ ਵੇਲੇ ਤਾਂ ਮਿਸ਼ਰਿਤ ਹੀ ਗਾਣਾ ਪੈਂਦਾ ਹੈ, ਕਿਉਂਕਿ ਉਸ ਵੇਲੇ ਆਪਾਂ ਇੱਕ ਮਲਟੀਪਲ ਆਡੀਅנס ਨੂੰ ਉਹ ਕਰ ਰਹੇ ਹਾਂ, ਤੇ ਸਾਰਾ ਹੀ ਇੱਕੋ ਹੀ ਰਾਗ ਬੇਸਡ ਆਪਾਂ ਨਹੀਂ ਰੱਖ ਸਕਦੇ, ਔਰ ਲਾਈਟ ਵੋਕਲ 'ਚ ਆਪਾਂ ਮਿਸ਼ਰਿਤ ਹੀ ਗਾਉਂਦੇ ਆ। ਤੇ ਤੁਸੀਂ ਕਦੇ ਫੀਲ ਕੀਤਾ ਵੀ ਵਾਕਈ ਵੀ ਸਮੇਂ ਦੀ ਇੰਪੋਰਟੈਂਸ ਬੜੀ ਹੁੰਦੀ ਵੀ ਉਹ ਰਾਗ ਵਿੱਚ ਗਾਇਆ ਗੀਤ ਜਿਹੜਾ ਉਹ ਜ਼ਿਆਦਾ ਖਿਲ ਕੇ ਬਾਹਰ ਆਉਂਦਾ? ਦੇਖੋ ਉਹ ਡਿਪੈਂਡ ਕਰਦਾ ਆਡੀਅנס ਨੂੰ ਛੂ ਜਾਂਦਾ ਹੈ, ਜ਼ਿਆਦਾ ਉਹਨਾਂ ਨੂੰ ਅੱਛਾ ਲੱਗਦਾ ਹੈ ਨਾ। ਤੇ ਕਨਸਰਟਸ 'ਚ ਤਾਂ ਮੈਂ ਜਦ ਗਾ ਰਹੀ ਹਾਂ, ਜੋ ਵੀ ਕੁਝ ਗਾ ਰਹੀ ਹਾਂ, ਅਗਰ ਆਡੀਅנס ਅੱਛੀ ਹੈ, ਸੁਣ ਰਹੀ ਹੈ ਅੱਛੀ ਤਰ੍ਹਾਂ, ਔਰ अच्छे सुरताल लग रहे हैं परमात्मा की दया नाल, तो बहुत अच्छा लगता है। हर सब कुछ गाना ही अच्छा लगता उस वेले, या उस वेले तुसी एक अलग ही एक आर्टिस्ट स्टेज ते क्योंकि तुसी ऑडियंस ਨੂੰ ਦੇਖ ਕੇ ਗਾਉਂਦੇ ਹੋ, ਇੱਕ ਸ਼ਾਇਰ ਆਡੀਅנס ਨੂੰ ਦੇਖ ਕੇ ਪੜਦਾ ਹੈ ਨਾ, ਤੇ ਉਹ ਨਾਲ ਦੀ ਨਾਲ ਹੀ ਉਹਦੇ ਦਿਮਾਗ ਵਿੱਚ ਉਹ ਚੱਲ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਦਾ ਉਹਨੂੰ ਰਿਸਪੌਂਸ ਮਿਲ ਰਿਹਾ ਹੁੰਦਾ ਉਹ ਨਾਲ ਦੀ ਨਾਲ ਆਪਣਾ ਚੈਨਲ ਚੇਂਜ ਕਰ ਲੈਂਦਾ। ਸੋ ਤੁਸੀਂ ਕਿਵੇਂ ਮਤਲਬ ਇੱਕਦਮ ਐਦਾਂ ਚੇਂਜ ਕਰ ਲੈਂਦੇ ਹੋ? ਹਾਂਜੀ, ਦੇਖੋ 2-3 ਜਦ ਤੁਸੀਂ ਸ਼ੁਰੂ ਕਰਦੇ ਹੋ, 1-2 ਪ੍ਰਸਤੁਤੀਆਂ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਂਦਾ ਆਡੀਅנס ਦਾ ਮੂਡ। ਬਿਲਕੁਲ ਠੀਕ ਹੈ, ਪਲੱਸ ਕਿ ਕਿਸ ਤਰ੍ਹਾਂ ਦਾ ਉਹ ਲਾਈਕ ਕਰ ਰਹੇ ਹਨ, ਦੈਨ ਯੂ ਕਈ ਵਾਰ ਸਾਨੂੰ ਪੂਰੀ ਲਿਸਟ या क्योंकि ਮੈਨੂੰ ਲੱਗਦਾ ਆਰਟਿਸਟ ਸਕਸੈਸਫੁਲ ਜਿਹਨੂੰ ਕਹਿੰਦੇ ਆ ਨਾ ਆਪਾਂ, ਆਰਟਿਸਟ ਦੀ ਸਕਸੈਸ ਉਹ ਹੈ ਕਿ ਜੋ ਤੁਹਾਨੂੰ ਸੁਣਨ ਆਇਆ ਹੈ ਉਹ ਖੁਸ਼ ਹੈ, ਉਹ ਤ੍ਰਿਪਤ ਹੈ। ਇਲਾਕਾਈ ਭਿੰਨਤਾ, ਜੀਓਗ੍ਰਾਫੀਕਲ ਜਿਹੜੀਆਂ ਲੋਕੇਸ਼ਨਸ ਹੁੰਦੀਆਂ ਉਹ ਕਿਵੇਂ ਡਿਫਰ ਕਰਦੀਆਂ person to person, audience to audience? It varies of course ਨਾ। ਹੈ ਨਾ, definitely ਜਿਵੇਂ ਮਾਝੇ 'ਚ ਗਾ ਰਹੇ ਹੋ ਤਾਂ ਅਲੱਗ ਕਿਸਮ ਦਾ ਰੰਗ ਲੋਕ ਪਸੰਦ ਕਰਦੇ। ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦੀ ਹਾਂ, ਇੱਕ ਜਲੰਧਰ ਮੁਸ਼ਾਇਰਾ ਹੋ ਰਿਹਾ ਸੀ ਤੇ ਉੱਥੇ ਬੜੇ ਵੱਡੇ ਸ਼ਾਇਰ ਆਏ ਤੇ ਮੈਂ ਉਸ ਦਾ ਹਿੱਸਾ ਸੀ ਅਨਫੋਰਚੂਨੇਟਲੀ। ਨਹੀਂ अनफॉर्चुनेटली था भी वो शायर दुखी होके गए बेचारे। वो कहती पंजाब की ऑडियंस कैसी है, वाहवाही नहीं करती है भाई। ते मतलब उन्होंने ये नहीं पता भी पंजाबी जे टिक्के सुन रहे हैं तो बहुत वधिया कर रहे हो तुसी, जे रौला पाउण या हुटिंग करन इट मीन्स भी गलत पासे जा रहे हो। हर जगह ਦਾ ਆਪਣਾ ਇੱਕ ਕਲਚਰ ਹੈ, ਹਰ ਜਗ੍ਹਾ ਦਾ ਆਪਣਾ ਇੱਕ ਰਿਸਪੌਂਸ ਦੇਣ ਦਾ ਤਰੀਕਾ ਹੈ ਨਾ। ਤੇ ਤੁਸੀਂ ਜਦੋਂ ਡਿਫਰੈਂਟ ਜਗ੍ਹਾ ਤੇ ਗਾਉਂਦੇ ਹੋ, ਇੱਥੇ ਗਾਇਆ ਹੈ, ਬਾਹਰ ਗਾਇਆ ਕਿਤੇ ਹੈ ਨਾ, ਅਬਰੋਡ ਗਾਇਆ, ਜਾਂ ਫਿਰ ਇੰਡੀਆ ਵਿੱਚ ਡਿਫਰੈਂਟ ਸਟੇਟਸ ਵਿੱਚ, ਮਤਲਬ ਉਹ ਮੈਂ ਉਹ ਜਾਨਣਾ ਚਾਹ ਰਹੀ ਹਾਂ ਐਕਸਪੀਰੀਅੰਸ ਇੱਥੇ ਨੂੰ ਉਧਰ ਨਾਲ ਕੰਪੇਅਰ ਕਰੋ। ਹੈ ਨਾ, ਉਹਨੂੰ ਜਿਹੜੀ ਸੁਣਨ ਆਉਂਦੀ ਬੜੀ ਸੰਜੀਦਾ ਆਡੀਅנס ਹੋਏਗੀ। ਐਗਜ਼ੈਕਟਲੀ, ਠੀਕ ਹੈ, ਉਹ ਬੜੇ ਠਹਿਰਾਵ ਨਾਲ
ਔਰ ਮੈਂ ਕਈ ਲੋਕਾਂ ਨੂੰ ਲਿਰਿਕਸ ਨਾਲ ਬੋਲਦੇ ਸੁਣਿਆ, ਉਹਨੂੰ ਸਮਝ ਕੇ ਇੱਕ ਵਰਡ ਨੂੰ ਮਹਿਸੂਸ ਕਰਕੇ, ਮਤਲਬ ਸਾਨੂੰ ਵੀ ਉਹ ਫੀਲ ਆਉਂਦੀ ਹੈ ਆਡੀਅנס ਤੋਂ, ਰਾਈਟ। ਹੁਣ ਜੇ ਆਰਟਿਸਟ ਇੰਜੋਏ ਕਰਦਾ ਨਾ ਜਦੋਂ, ਹੁਣ ਮੈਂ ਜਿਵੇਂ ਹੁਣ ਕਿਸੇ ਕਾਲਜ 'ਚ ਪਰਫਾਰਮ ਕਰ ਰਹੇ ਹੋ, ਨਿਫਟ 'ਚ ਪਰਫਾਰਮ, ਮਤਲਬ ਯੰਗ ਕਰਾਊਡ 'ਚ ਕਰ ਰਹੇ ਹੋ, ਤੇ ਉੱਥੇ ਦੇ ਵਾਂਟ ਪੈਪੀ ਥਿੰਗਸ, ਦੇ ਰਿਲੇਟ ਵਿਦ दैट ਬਿਕੋਜ਼ ਆਫ देयर ਐਗਜ਼ੈਕਟਲੀ ਏਜ ਐਂਡ ਐਵਰੀਥਿੰਗ। ਬਿਲਕੁਲ ਲੇਕਿਨ ਐਸਾ ਨਹੀਂ ਕਿ ਉਹ ਅੱਛੀ ਚੀਜ਼ਾਂ ਨਹੀਂ ਸੁਣਦੇ, ਪਰ ਮਾਹੌਲ ਦਾ ਥੋੜਾ ਬਹੁਤ ਮਾਹੌਲ ਦਾ ਫਰਕ ਪੈਂਦਾ ਹੈ, ਨੋ ਡਾਊਟ। ਔਰ ਤੁਹਾਨੂੰ ਉਹ ਚੀਜ਼ਾਂ ਗਾਣੀਆਂ ਪੈਂਦੀਆਂ ਬਿਕੋਜ਼ ਯੂ ਆਰ ਕੇਟਰਿੰਗ ਟੂ ਐਨ ਆਡੀਅੰਸ, ਪਰਟੀਕੁਲਰ ਆਡੀਅੰਸ, ਔਰ ਆਰਟਿਸਟ ਉਹੀ ਹੈ ਜੋ ਆਡੀਅੰਸ ਦੇ ਹਿਸਾਬ ਨੂੰ ਨਾਲ ਆਪਣੇ ਆਪ ਨੂੰ। ਹੁਣ ਇੱਕ ਵਾਰ ਜਗਜੀਤ ਜੀ ਆਏ ਸੀ, ਮੈਨੂੰ ਯਾਦ ਹੈ, PGI ਆਡੀਟੋਰੀਅਮ 'ਚ, ਅਤੇ ਉਹਨਾਂ ਨੇ ਸ਼ੁਰੂ ਕੀਤਾ, ਉਹ ਕਹਿੰਦੇ ਮਤਲਬ ਆਡੀਅੰਸ ਤੋਂ ਆਵਾਜ਼ਾਂ ਆਉਣ, ਜਿਵੇਂ ਉਹ ਇਹ ਸੁਣਾ ਦਿਓ, ਇਹ ਸੁਣਾ, ਉਹ ਕਹਿੰਦੇ ਮੈਂ ਕੁਛ ਨਵੀਂ ਚੀਜ਼ਾਂ ਲੈ ਕੇ ਆਇਆ, ਉਹ ਤਾਂ ਸੁਣੋ, ਅਸੀਂ ਉਹੀ ਸੁਣਨਾ। ਫਿਰ ਉਹਨਾਂ ਨੇ ਉਹੀ ਗਾਇਆ ਸਾਰਾ, ਕਿਉਂਕਿ ਉਹ ਆਡੀਅੰਸ ਬਿਲਕੁਲ ਐਦਾਂ ਹੀ ਹੁੰਦਾ ਵੀ ਕਿਸੇ ਕਵੀ ਨੂੰ ਵੀ ਕਹਿੰਦੇ ਵੀ ਤੂੰ ਇਹੀ ਰਚਨਾ ਸੁਣਾ, ਤੇ ਫਿਰ ਕਈ ਵਾਰ ਇਹ ਕਹਿੰਦੇ ਵੀ ਤੇਰੇ ਕੋਲ ਇਹੀ ਹੈ। ਹਾਂ, ਬਸ ਇਹ ਆਡੀਅੰਸ ਦੇਖੋ, ਹਰ ਪ੍ਰੋਗਰਾਮ ਡਿਫਰੈਂਟ ਹੈ, ਮੈਂ ਤਾਂ ਇਹ ਮੰਨ ਕੇ ਚੱਲਦੀ। ਜਦ ਤੁਸੀਂ ਜਾਂਦੇ ਹੋ ਨਾ, ਤੁਹਾਨੂੰ ਨਹੀਂ ਪਤਾ, ਤੁਹਾਡੇ ਐਕਸਪੀਰੀਅੰਸ 'ਚ ਇਜ਼ਾਫਾ ਹੁੰਦਾ ਹੈ ਨਾ, ਕਿਉਂਕਿ ਹਰ ਆਡੀਅੰਸ ਦਾ ਤੁਹਾਨੂੰ ਨਹੀਂ ਪਤਾ। ਹੁਣ ਜਿਵੇਂ ਸੂਰਜ ਕੁੰਡ ਜਾਈਦਾ, ਉੱਥੇ ਇੱਦਾਂ ਦੀ ਆਡੀਅੰਸ ਹੈ ਜਿਹੜੀ ਮੂਵ ਵੀ ਕਰ ਰਹੀ ਹੈ ਨਾਲ ਨਾਲ, ਆ ਕੇ ਬੈਠ ਰਹੇ, ਉਹਨਾਂ ਨੂੰ ਅੱਛਾ ਲੱਗ ਰਿਹਾ, ਦੇ ਵਿਲ ਸਿਟ ਇਨ, ਹੈ ਨਾ। ਹੁਣ ਪੰਜਾਬੀ ਆਡੀਅੰਸ ਅਲੱਗ ਤਰ੍ਹਾਂ ਦੀ ਹੋਏਗੀ, ਦਿੱਲੀ ਵਾਲੇ ਅਲੱਗ ਹੋਣਗੇ, ਗੁਜਰਾਤ ਵਾਲੇ ਅਲੱਗ ਹੋਣਗੇ, ਬੰਬੇ ਦੀ ਆਡੀਅੰਸ ਬਿਲਕੁਲ ਡਿਫਰੈਂਟ ਹੈ। ਹੁਣ ਤੁਹਾਨੂੰ ਮੈਂ ਦੱਸਦੀ, ਜ਼ੀ TV ਜਦ ਗਏ ਸਾਰੇ ਗਾਮਾ ਲਈ, ਉੱਥੇ ਜਿਹੜੇ ਬੰਬੇ ਸਾਈਡ, ਮਹਾਰਾਸ਼ਟਰ ਸਾਈਡ ਦੇ ਬੱਚੇ ਸੀ, ਦੇ ਨਿਊ ਅਬਾਊਟ ਵੌਇਸ ਕਲਚਰ। ਅੱਛਾ, ਇਹ ਕੀ ਹੁੰਦਾ? ਵੌਇਸ ਕਲਚਰ, ਗਲੇ ਦੀ ਮੋਡੂਲੇਸ਼ਨਸ ਕਿੱਦਾਂ ਬਣਾਉਣੀਆਂ, ਮਾਈਕ ਦੇ ਸਾਹਮਣੇ ਕਿੱਦਾਂ ਗਾਣੇ, ਮਤਲਬ ਸਾਨੂੰ ਕੁਛ ਵੀ ਨਹੀਂ ਸੀ ਪਤਾ। ਸਾਡੇ ਨਾਰਥ 'ਚ ਇੰਨਾ ਨਹੀਂ, ਸਾਨੂੰ ਆਈਡੀਆ ਹੀ ਨਹੀਂ ਸੀਗਾ। ਸੋ ਹੁਣ ਮਹਾਰਾਸ਼ਟਰ ਹੋ ਗਿਆ, ਬੰਗਾਲ, ਇੱਥੇ ਤਾਂ ਕਲਚਰ ਹੈ, ਮਿਊਜ਼ਿਕ ਦਾ ਕਲਚਰ ਹੈ ਇੱਥੇ। ਮਿਊਜ਼ਿਕ ਇਜ਼ ਅ ਬਿਗ ਥਿੰਗ, ਸ਼ੁਰੂ ਤੋਂ ਹੀ ਬੱਚਿਆਂ ਨੂੰ ਇਸ 'ਚ ਪਾਇਆ ਜਾਂਦਾ। ਸਾਡੇ ਪੰਜਾਬੀ 'ਚ ਬਹੁਤ ਪਹਿਲਾਂ ਤੱਕ ਨਹੀਂ। ਮੇਰੇ ਫਾਦਰ ਸਾਹਿਬ ਖੁਦ ਕਹਿੰਦੇ ਮੈਂ ਬਹੁਤ ਅੱਛਾ ਗਾਤਾ, ਮੇਰੇ ਫਾਦਰ ਕਹਿੰਦੇ ਕੀ ਸਾਰਾ ਦਿਨ ਤੂੰ, ਅੱਛਾ ਨਹੀਂ ਮੰਨਿਆ ਜਾਂਦਾ ਸੀ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ। ਅੱਛਾ, ਗਾਇਕੀ ਦੇ ਵਿੱਚ ਵੀ ਸ਼ਬਦਾਂ ਦੀ ਚੋਣ ਤੇ ਔਰ ਤਲਫੁਜ਼, ਇਹ ਤਾਂ ਬਹੁਤ ਇੰਪੋਰਟੈਂਟ ਹੈ ਨਾ। ਜੇ ਤੁਸੀਂ ਕੁਝ ਗਲਤ ਪ੍ਰੋਨਾਉਂਸ ਕਰਤਾ, ਜੇ ਗਜ਼ਲ ਨੂੰ ਗਜ਼ਲ ਕਹੋਗੇ ਤੇ ਫਿਰ ਉਹਦੀ ਖਤਮ ਹੋ ਜਾਏਗੀ, ਫਿਰ ਤਾਂ ਅਜਲ ਹੀ ਹੈ, ਹੈ ਨਾ। ਫਿਰ ਤੁਹਾਨੂੰ ਚੀਜ਼ਾਂ ਯਾਦ ਵੀ ਰੱਖਣੀਆਂ ਪੈਂਦੀਆਂ, ਕੁਝ ਯਾਦ ਤਾਂ ਹੋ ਜਾਂਦੀਆਂ। ਜਿਵੇਂ ਹੁਣ ਤੁਸੀਂ ਸ਼ਿਵ ਨੂੰ ਗਾ ਰਹੇ ਹੋ, ਹੁਣ ਸ਼ਿਵ ਇੰਨਾ ਟਿਪੀਕਲ ਸ਼ਾਇਰ ਹੈ, ਜੇ ਤੁਸੀਂ ਉਹਨੂੰ ਸਮਝ ਕੇ ਨਹੀਂ ਗਾਇਆ, ਫੀਲਿੰਗ ਨਹੀਂ ਲੈ ਸਕਦੇ ਤੁਸੀਂ। ਹਾਂ, ਤਲਫੁਜ਼ ਨਹੀਂ ਹੈ। ਜਿਵੇਂ ਉਹ ਮਲਿਕ ਸਾਹਿਬ ਬਹੁਤ ਵਾਰ ਗੱਲ ਸੁਣਾਉਂਦੇ ਹੁੰਦੇ ਆ ਵੀ ਕਿਸੇ ਪ੍ਰੋਫੈਸਰ ਨੇ ਪੜ੍ਹਾਉਣਾ ਸੀ, ਤੇ ਉਹਨੇ ਉਹ ਸਾਰੇ ਬੂਟੇ ਕਹਿੰਦੇ ਉਹ ਨਾਲ ਸਾਈਕਲ ਤੇ ਪਾ ਕੇ ਤੇ ਲੈ ਕੇ ਜਾ ਰਿਹਾ, ਤੇ ਕਿਸੇ ਨੇ ਪੁੱਛਿਆ ਇਹ ਕੀ, ਕਹਿੰਦੇ ਵੀ ਉਹ ਮੋਤੀਆ ਵਗਾਟ, ਵੀ ਇਹ ਮੈਂ ਅੱਜ ਸ਼ਿਵ ਨੂੰ ਪੜ੍ਹਾਉਣਾ ਹੈ। ਹੁਣ ਉਹ ਸ਼ਿਵ ਇੰਨਾ ਟਿਪੀਕਲ ਹੈ ਤੇ ਮੈਨੂੰ ਪਤਾ ਨਹੀਂ ਵੀ ਬੱਚੇ ਕੀ ਪੁੱਛ ਲੈਣ। ਸੋ ਇਹ ਵੀ ਤਲਫੁਜ਼ ਦਾ ਬਹੁਤ ਪ੍ਰੋਨਾਂਸੀਏਸ਼ਨ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਗਾ ਰਹੇ ਹੋ, ਉਹਦੀ ਫੀਲ ਖਤਮ ਹੋ ਜਾਏਗੀ ਜੇ ਤੁਸੀਂ ਉਹਨੂੰ ਪ੍ਰੋਨਾਉਂਸ ਠੀਕ ਨਹੀਂ ਕਰੋਗੇ। ਪਲੱਸ ਜੇ ਤੁਸੀਂ ਉਹਦਾ ਭਾਵ ਨਹੀਂ ਸਮਝੋਗੇ, ਤੁਸੀਂ ਉਹ ਐਕਸਪ੍ਰੈਸ਼ਨ ਦੇ ਹੀ ਨਹੀਂ ਸਕਦੇ ਜੀ। ਜਿਵੇਂ ਲਿਟਰੇਚਰ ਦੇ ਵਿੱਚ ਵੀ ਵੱਖਰੀਆਂ ਵਿਧਾਵਾਂ ਨੇ। ਤੁਸੀਂ ਜਿਵੇਂ ਹੁਣ ਆਪਾਂ ਕਿਹਾ ਵੀ ਤੁਸੀਂ ਭਜਨ ਵੀ ਗਾਉਂਦੇ ਹੋ, ਗੁਰਬਾਣੀ ਵੀ ਟਰਾਈ ਕੀਤੀ ਹੋਏਗੀ, ਹੈ ਨਾ। ਫਿਰ ਤਾਂ ਲੋਰਡਸ ਅਲੱਗ-ਅਲੱਗ ਹੈ, ਫੋਕਲੋਰ ਦਿਸ ਦੈਟ, ਹੈ ਨਾ। ਤੇ ਜਦੋਂ ਆਪਾਂ ਕਦੇ ਕੋਈ ਕਿੱਸਾ ਗਾਉਂਦੇ ਹਾਂ, ਕੋਈ ਕਿੱਸਾ, ਜਾਂ ਆਪਾਂ ਬਾਬਾ ਬੁੱਲੇ ਸ਼ਾਹ ਨੂੰ ਗਾਇਆ, ਫਿਰ ਆਪਾਂ ਵੀ ਤਾਂ ਤਮਾਮ ਉਹ ਸਾਰੀ ਜਰਨੀ 'ਚੋਂ ਦਰਗੁਜ਼ਰ ਹੁੰਦੇ ਹਾਂ ਕਿਤੇ ਨਾ ਕਿਤੇ, ਹੈ ਨਾ। ਜਿਵੇਂ ਹੁਣ ਤੁਸੀਂ ਕਾਦਰ ਯਾਰ ਦਾ ਕਿੱਸਾ ਗਾ ਰਹੇ ਹੋ, ਜਾਂ ਤੁਸੀਂ ਸੋਹਣੀ ਮਹੀਵਾਲ ਗਾ ਰਹੇ ਹੋ, ਹੀਰ ਗਾ ਰਹੇ ਹੋ, ਤਾਂ ਕੀ ਤੁਹਾਡੇ ਇਮੈਜਿਨੇਸ਼ਨ 'ਚ ਤਾਂ ਹੁੰਦਾ ਹੀ ਹੈ ਨਾ। ਮੈਂ ਇਹੀ ਪੁੱਛਣਾ ਚਾਹ ਰਹੀ ਹਾਂ, ਮਤਲਬ ਇੱਕ ਆਰਟਿਸਟ ਕੀ ਇਮੈਜਿਨ ਕਰਦਾ। ਹੁਣ ਦੇਖੋ, ਜਿਵੇਂ ਉਹ ਸ਼ਿਕਰਾ ਯਾਰ, ਮੈਂ ਜਦ ਕਈ ਵਾਰ ਸਟੇਜ ਤੇ ਗਾਉਂਦੀ ਹਾਂ, ਮਾਏ ਨੀ ਮਾਏ ਮੈਂ ਸ਼ਿਕਰਾ ਯਾਰ ਬਣਾਇਆ, ਮਤਲਬ ਉਹ ਐਂਡ 'ਚ ਆ ਕੇ ਨਾ ਗੂਜ਼ਬੰਪਸ ਆ ਜਾਂਦੇ ਕਈ ਵਾਰ ਗਾਉਂਦੇ, ਆਉਣ ਦੋ, ਹੈ ਨਾ, ਸ਼ਿਵ ਆਉਣ ਦੋ। ਮਤਲਬ ਜਿਵੇਂ ਉਹਨਾਂ ਦਾ ਗਾਉਂਦੇ ਹੋ, ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਚੂਰੀ ਕੁੱਟਾਂ ਤਾਂ ਖਾਂਦਾ ਨਹੀਂ, ਵੀ ਅਸਾਂ ਦਿਲ ਦਾ ਮਾਸ ਖਵਾਇਆ, ਇੱਕ ਉਡਾਰੀ ਐਸੀ ਮਾਰੀ, ਉਹ ਮੁੜ ਵਤਨੀ ਨਾ ਆਇਆ, ਮਾਏ ਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ।
ਲਿਖਿਆ ਇੰਨੀ ਉਹਦੇ ਨਾਲ ਹੈ ਕਿ ਯੂ ਫੀਲ ਇਮੋਸ਼ਨਲ, ਤੁਸੀਂ ਕੁਝ ਬੋਲਣ ਦੇ ਲਾਇਕ ਨਹੀਂ ਰਹਿੰਦੇ। ਇਸ਼ਕੇ ਦਾ ਇੱਕ ਪਲੰਗ ਨਵਾਰੀ ਅਸਾਂ ਚਾਨਣੀਆਂ ਵਿੱਚ ਡਾਇਆ, ਮਤਲਬ ਹੀ ਇਜ਼ ਟੂ ਗੁੱਡ। ਸ਼ਿਵ ਨੇ ਜਿਸ ਕਿਸਮ ਦੀ ਸਿਮਲੀਜ਼ ਜਾਂ ਮੈਟਾਫਰ ਯੂਜ਼ ਕੀਤੇ ਹੈ, ਸ਼ਿਕਰਾ ਯਾਰ, ਮਤਲਬ ਤੁਸੀਂ ਜਿਹੜਾ ਬਾਜਾਂ ਦੀ ਕਿਸਮ ਹੈ, ਇੱਕ ਸ਼ਿਕਰਾ ਯਾਰ ਬਣਾਇਆ, ਇੱਕ ਉਡਾਰੀ ਉਸਨੇ ਐਸੀ ਮਾਰੀ ਮੁੜ ਵਤਨ। ਇੱਕ ਉਹਨਾਂ ਦਾ ਹੋਰ ਗੀਤ ਸੀਗਾ ਜਿਸ ਚੋਂ ਬੜੀ ਅੱਛੀ ਉਹਨਾਂ ਨੇ ਛਿੰਜੇ ਡੰਗ ਵਰਗਾ, ਛਿੰਬੇ ਸੱਪ ਦੇ ਡੰਗ ਵਰਗਾ ਸੀ, ਕਹਾਂ ਸੇ ਕਹਾਂ वर्ड्स यूज किए हैं। देखो ਮਜ਼ੇਦਾਰ। ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਸਭ ਤੋਂ ਖੂਬਸੂਰਤ ਐਕਸਪੀਰੀਅੰਸ ਜਿਹੜਾ ਸਾਡੇ ਨਾਲ ਸਾਂਝਾ ਕਰੋ। ਹਾਸੋ ਹੀ ਨਾ ਹੋਵੇ, ਮਤਲਬ ਸੰਜੀਦਾ ਨਹੀਂ, ਹਾਸੋ ਹੀ ਨਾ, ਮਤਲਬ ਕਈ ਵਾਰ ਇਦਾਂ ਹੋਇਆ ਵੀ ਹੁਣ ਹਾਲੇ ਵੀ ਸੋਚ ਕੇ ਤੁਸੀਂ ਹੱਸਦੇ ਹੋ। ਸੋਚ ਲਓ ਆਰਾਮ ਨਾਲ। ਮੈਨੂੰ ਲੱਗਦਾ ਮੈਂ ਇੰਨੀ ਬਲੈਸਡ ਹਾਂ, ਮੇਰੇ ਕੋਲ ਬਹੁਤ ਨੇ। ਅੱਛਾ, ਮਜ਼ਾਈਆ ਗਾਇਆ ਕਦੇ ਕੁਛ? ਯਾ ਹਾਂ, ਉਹ ਸੁਣਾਓ ਫਿਰ। ਜਿਵੇਂ ਜਗਜੀਤ ਜੀ ਦਾ ਹੀ ਉਹ ਗਾਇਆ ਸੀਗਾ, ਬੜਾ ਆਡੀਅנס ਦਾ ਨਾ, ਜਿਵੇਂ ਉਹ ਹੁੰਦਾ ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ, ਛੜਿਆਂ ਦੀ ਜੂਨ ਬਣੀ। ਹਾਂ ਪਲੀਜ਼ 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 ਇਹ ਸੁਣਾਓ। ਹੋ ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ, ਹੋ ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ, ਹੋ ਛੜਿਆਂ ਦੀ ਜੂਨ ਬੁਰੀ, ਹੋ ਛੜਿਆਂ ਦੀ ਜੂਨ ਬੁਰੀ, ਆਏ ਰੱਬਾ ਆਏ ਰੱਬਾ, ਹੋ ਕੋਈ ਸਾਨੂੰ ਵੀ ਮਿਲਾ ਦੇ ਕੋਈ ਰਾਣੀ, ਉਹ ਕੋਈ ਸਾਡੀ ਵੀ ਮਿਲਾ ਦੇ ਕੋਈ ਰਾਣੀ, ਵੇ ਛੜਿਆਂ ਦੀ ਜੂਨ ਬੁਰੀ, ਉਹ ਛੜਿਆਂ ਦੀ ਜੂਨ ਬੁਰੀ, ਲਹਿਰਾ ਲੱਪਾ ਲਾਈ ਰੱਖਦਾ, ਅੱਡੀ ਟੱਪਾ ਲਾਈ ਰੱਖਦਾ। ਦਿਸ ਵਾਸ ਵੈਰੀ ਫਨੀ। ਤੇ ਉਹਨਾਂ ਦੇ ਟੱਪੇ, ਇਸ ਤਰ੍ਹਾਂ ਦੀ ਬੜੀ ਚੀਜ਼ਾਂ ਸਟੇਜ ਤੇ ਹੋ ਜਾਂਦੀਆਂ, ਆਡੀਅנס ਜਦ ਡਿਮਾਂਡ ਕਰਦੀ ਹੈ ਹਰ ਚੀਜ਼, ਤਾਂ ਫਿਰ ਤੁਹਾਨੂੰ ਗਾਣਾ ਪੈਂਦਾ। ਅੱਛਾ, ਕਦੇ ਐਵੇਂ ਹੋਇਆ ਵੀ ਵਿਆਹ ਤੇ ਤੁਹਾਨੂੰ ਬੁਲਾਇਆ, ਫਿਰ ਜਿਹੜਾ ਘੋੜੀਆਂ ਔਰ ਉਹ ਗਾਉਂਦੇ ਆ ਸੁਹਾਗ, ਤੇ ਜਿਹਦੇ ਵਿੱਚ ਹਲਕੀ ਜੀ ਨੋਕ ਚੋਕ ਹੁੰਦੀ ਹੈ, ਸਿੱਠਣੀਆਂ ਜਿਹਨੂੰ ਬੋਲਦੇ, ਸਿੱਠਣੀਆਂ। ਹਾਂ, ਮੈਂ ਵੈਸੇ ਸ਼ਾਦੀਆਂ ਤੇ ਗਾਇਆ ਨਹੀਂ ਹੈ, ਸੁਣਿਆ ਹੈ ਬਸ। ਕਿਉਂਕਿ ਜਿਵੇਂ ਮੇਰੇ ਨਾਨੀ ਜੀ ਵਗੈਰਾ, ਉਹ ਜੇ ਵਿਆਹ ਹੁੰਦੇ ਸੀ ਤੇ ਉਹ ਪੁਰਾਣੇ ਇੱਦਾਂ ਫੇਰਿਆਂ ਤੇ ਬੈਠੇ ਆ, ਉਹ ਗਾ ਰਹੇ ਹੈ, ਸਿੱਠਣੀਆਂ ਚੱਲ ਰਹੀਆਂ, ਬਹੁਤ ਫਨ ਵੀ ਹੈ ਪਲੱਸ ਇਮੋਸ਼ਨਲ ਵੀ ਹੈ, ਦੋਨੋਂ ਚੀਜ਼ਾਂ ਨੇ। ਤੇ ਹੁਣ ਤੁਸੀਂ ਕੀ ਫੀਲ ਕਰਦੇ ਹੋ, ਇੰਨਾ ਲੰਬਾ ਅਰਸਾ ਹੋ ਗਿਆ ਨਾ ਤੁਹਾਨੂੰ ਗਾਇਕੀ 'ਚ, ਤੇ ਕੀ ਫੀਲ ਕਰਦੇ ਹੋ ਵੀ ਇੱਕਦਮ ਜਿਹੜਾ ਟ੍ਰੈਂਡ ਹੈ ਉਹ ਚੇਂਜ ਹੋ ਰਿਹਾ? ਹੁਣ ਟ੍ਰੈਂਡ ਇੰਨੀ ਜਲਦੀ ਚੇਂਜ ਹੋ ਰਿਹਾ ਵੀ ਤੁਸੀਂ ਸੌਂ ਕੇ ਉੱਠੋ ਤਾਂ ਲੱਗਦਾ ਵੀ ਕੱਲ੍ਹ ਵਾਲਾ ਗਾਣਾ ਜਿਹੜਾ ਵੀ ਉਹ ਪੁਰਾਣਾ ਹੋ ਗਿਆ ਹੈ ਨਾ। ਹੁਣ ਜਿਹੜੇ ਸਾਡੇ ਫੇਵਰੇਟ ਸਟਾਰਸ ਵੀ ਹੈਗੇ ਆ ਗਾਇਕੀ ਦੇ ਖੇਤਰ ਵਿੱਚ ਹੈ ਜਾਂ ਸਿਨੇਮਾ 'ਚ ਹੈਗੇ ਹੈ, ਉਹਨਾਂ ਦੀਆਂ ਸਾਨੂੰ ਅਪਕਮਿੰਗ ਜਿਹੜੀਆਂ ਨਾ ਤਾਂ ਫਿਲਮਾਂ ਪਤਾ ਹੁੰਦੀਆਂ, ਜਾਂ ਜਿਹੜੀ ਆ ਗਈ ਹੁੰਦੀ ਹੈ ਤਾਜ਼ਾ, ਉਹ ਵੀ ਨਹੀਂ ਪਤਾ ਹੁੰਦੀ। ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਸ਼ਿਵ ਦੀ ਗੱਲ ਕਰਦੇ ਹਾਂ, ਵੀ ਐਸਾ ਕੀ ਸ਼ਿਵ ਨੇ ਲਿਖਤਾ ਵੀ ਅਮਰ ਹੀ ਹੋ ਗਿਆ। ਤੇ ਸ਼ਿਵ ਨੂੰ ਜਿਹਨੇ ਗਾਇਆ, ਸੁਰਿੰਦਰ ਕੌਰ ਹੋਰੀ, ਬਾਜਰੇ ਦਾ ਸਿੱਟਾ ਦੇਖ ਲਓ, ਹੈ ਨਾ, ਅਮਰ, ਹੈ ਨਾ। ਤੇ ਮਤਲਬ ਕਿ ਉਸ ਤੋਂ ਬਾਅਦ ਜਾਂ ਤਾਂ ਕੁਛ ਲਿਖਿਆ ਨਹੀਂ ਗਿਆ, ਜਾਂ ਐਵੇਂ ਦਾ ਕੁਛ ਲਿਖਿਆ ਨਹੀਂ ਗਿਆ, ਜਾਂ ਉਵੇਂ ਦਾ ਕੁਛ ਗਾਇਆ ਨਹੀਂ ਗਿਆ। ਦੇਖੋ ਇਹ ਵੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿ ਉਸ ਲੈਵਲ ਦਾ ਹੈ ਨਾ, ਜਿਵੇਂ ਹੁਣ ਉਸ ਤੋਂ ਬਾਅਦ ਮੈਨੂੰ ਲੱਗਦਾ ਪਾਤਰ ਸਾਹਿਬ, ਸ਼ਿਵ, ਪਾਤਰ, ਪਾਸ਼, ਤਿੰਨੋਂ ਹੀ ਸਾਡੇ ਥੰਮ ਨੇ ਬਿਲਕੁਲ। ਤੇ ਉਹਨਾਂ ਨੂੰ ਗਾਣਾ ਅੱਜ ਵੀ ਹੁਣ, ਪਰ ਇੱਕ ਚੀਜ਼ ਹੈ, ਤੁਸੀਂ ਜੋ ਕਹਿ ਰਹੇ ਹੋ ਚੇਂਜ ਆ ਰਿਹਾ, ਪਰ ਚੇਂਜ ਅੱਛੇ ਲਈ ਵੀ ਆ ਰਿਹਾ ਥੋੜਾ ਜੀ। ਜਿਵੇਂ ਪੁਰਾਣੀ ਜਿਵੇਂ ਸ਼ਿਵ ਦੀ ਕੰਪੋਜੀਸ਼ਨਸ ਹੈ, ਇੱਕ ਕੁੜੀ ਉਹਨੂੰ ਕਿੰਨਾ ਨਵੇਂ ਟ੍ਰੀਟਮੈਂਟ ਦੇ ਨਾਲ ਪੇਸ਼ ਕੀਤਾ, ਠੀਕ ਹੈ, ਲੇਕਿਨ ਤਾਂ ਕਿ ਨਵੀਂ ਆਡੀਅנס ਜੁੜ ਸਕੇ ਵਿਦ ਟਾਈਮਸ। ਆਪਾਂ ਕੰਪੋਜੀਸ਼ਨਸ ਦਾ ਟ੍ਰੀਟਮੈਂਟ ਚੇਂਜ ਕਰਕੇ ਪੁਰਾਣੇ ਅੱਛੇ ਲਿਟਰੇਚਰ ਨੂੰ ਆਪਾਂ ਪ੍ਰਮੋਟ ਕਰ ਸਕਦੇ ਹਾਂ, ਐਸੀ ਗੱਲ ਨਹੀਂ ਹੈ। ਇਹ ਗੱਲ ਸਹੀ ਹੈ ਵੀ ਮਿਊਜ਼ਿਕ ਜਿਹੜਾ ਵੀ ਉਹ ਅਫਰੀਕਾ ਤੋਂ ਹੀ ਆਇਆ ਪੂਰੇ ਵਰਲਡ ਵਿੱਚ, ਐਸਾ ਹੈ? ਜਾਂ ਹਰੇਕ ਖੇਤਰ ਦਾ ਇੱਕ ਆਪਣਾ ਮਿਊਜ਼ਿਕ? ਕਿਉਂਕਿ ਮੈਨੂੰ ਉਹੀ ਗੱਲ ਫੇਰ ਮੈਂ ਦੁਬਾਰਾ ਆਉਂਦੀ ਹਾਂ ਵੀ ਰਾਗ ਔਰ ਧੁਨਾਂ ਤਾਂ ਸਾਡੇ ਕੋਲ ਬਾਈ ਡਿਫਾਲਟ ਹੀ ਹੈ ਨਾ, ਯੂਨੀਵਰਸ ਕਰਕੇ। ਹੁਣ ਤੁਸੀਂ ਦੇਖੋ ਜਿਹੜਾ ਆਪਣੀ ਨਬਜ਼ ਚੱਲਦੀ ਹੈ, ਨਬਜ਼ ਚੱਲਦੀ ਹੈ, ਤੇ ਜੇ ਤੁਸੀਂ ਇਹਨੂੰ ਫੀਲ ਕਰੋ, ਮੈਡੀਟੇਸ਼ਨ ਹੈ, ਸਾਹ ਦਾ ਆਉਣਾ ਜਾਣਾ, ਮਤਲਬ ਤੁਹਾਨੂੰ ਇੱਕ ਖਾਸ ਕਿਸਮ ਦਾ ਉਹਦੇ 'ਚ ਰਾਗ ਫੀਲ ਹੋਏਗਾ ਜਿਹੜਾ ਤੁਹਾਨੂੰ ਉੱਪਰ ਨਾਲ ਕਨੈਕਟ ਕਰਦਾ ਹੈ। ਤੇ ਵਾਈਬ੍ਰੇਸ਼ਨ ਤਾਂ ਹੈ ਹੀ ਹੈ, ਵਾਈਬ੍ਰੇਸ਼ਨ ਤੋਂ ਬਿਨਾਂ ਮਿਊਜ਼ਿਕ ਵਾਈਬ੍ਰੇਸ਼ਨ 'ਚ ਹੈ ਨਾ, ਤੇ ਇਸ ਤੋਂ ਬਿਨਾਂ ਹੈ ਹੀ ਨਹੀਂ ਕੁਛ। ਤੇ ਇਹ ਅਫਰੀਕਾ ਤੋਂ ਸ਼ੁਰੂ ਹੋਇਆ ਜਾਂ ਫਿਰ ਹਰੇਕ ਖਿੱਤੇ ਦਾ ਇੱਕ ਆਪਣਾ ਮਿਊਜ਼ਿਕ ਹੈ ਸੀ? ਦੇਖੋ ਇੰਡੀਅਨ ਮਿਊਜ਼ਿਕ ਤਾਂ ਆਪਾਂ ਇਹ ਕਹਿੰਦੇ ਹਾਂ ਐਂਸ਼ੀਅੰਟ ਮਿਊਜ਼ਿਕ ਆਪਣਾ ਜੋ ਚੱਲਿਆ ਹੁਣ, ਅਫਰੀਕਾ I can't comment on that, you know. Yeah. ਭਾਰਤ ਦੀ ਸਭ ਤੋਂ ਖੂਬਸੂਰਤ ਵਿਧਾ ਕਿਹੜੀ ਹੈ ਗਾਇਕੀ ਦੀ? ਮੇਰੇ ਹਿਸਾਬ ਨਾਲ ਪਰਸਨਲ ਜੀ ਬਿਲਕੁਲ। ਦੇਖੋ ਵੈਸੇ ਤਾਂ ਕਲਾਸੀਕਲ ਮਿਊਜ਼ਿਕ ਇਜ਼ ਦਾ ਬੇਸ। ਜੇ ਤੁਹਾਨੂੰ ਕਲਾਸੀਕਲ ਮਿਊਜ਼ਿਕ ਦੀ ਨੌਲੇਜ ਹੈ ਤਾਂ ਐਟਲੀਸਟ ਯੂ ਆਰ, ਕਹਿੰਦੇ ਆ ਨਾ, ਜੇ ABC ਆਉਂਦੀ ਹੈ ਤਾਂ ਸੈਂਟੈਂਸ ਤਾਂ ਬਣਾ ਹੀ ਲਓਗੇ, ਬੇਸ ਹੈ ਉਹ। ਬਿਲਕੁਲ, ਉਹਦੇ ਨਾਲ ਤੁਹਾਨੂੰ ਟੈਕਨੀਕੈਲਿਟੀਜ਼ ਪਤਾ ਚੱਲਦੀਆਂ ਹੈ, ਉਸ ਰਿਆਜ਼ ਨਾਲ ਤੁਹਾਡਾ ਗਲਾ ਤਿਆਰ ਹੁੰਦਾ ਹੈ। ਮੇਰੇ ਹਿਸਾਬ ਨਾਲ ਤਾਂ ਜ਼ਰੂਰੀ ਹੈ, ਠੀਕ ਹੈ। ਹਾਲਾਂਕਿ ਬਹੁਤ ਸਾਰੇ ਲੋਕ ਹੈ ਜਿਹੜੇ, ਦੇਖੋ ਗੋਡ ਗਿਫਟ, ਸਭ ਤੋਂ ਇੰਪੋਰਟੈਂਟ ਤਾਂ ਗੋਡ ਗਿਫਟ ਹੈ। ਤੁਸੀਂ ਸੁਰ ਪਾ ਨਹੀਂ ਸਕਦੇ ਕਿਸੇ 'ਚ, ਤਾਲ ਪਾ ਨਹੀਂ ਸਕਦੇ, ਉਹ
ਇਟ ਇਜ਼ ਫਰਮ ਕਦੇ ਕਿਸੇ ਨੇ ਤੁਹਾਨੂੰ ਐ ਕਿਹਾ ਵੀ ਮੈਂ ਸਿੱਖਣਾ ਚਾਹੁੰਦਾ, ਜਾਂ ਕਿਸੇ ਰਿਸ਼ਤੇਦਾਰ ਨੇ ਕਹਿਤਾ ਹੋਏ ਵੀ ਮੇਰੇ ਬੱਚੇ ਨੂੰ ਸਿਖਾ ਦੇ, ਹੈ ਨਾ, ਤੇ ਉਹ ਬੱਚਾ ਮਤਲਬ ਉਹਦੇ ਦਿਮਾਗ 'ਚ ਨਾ ਬੈਰੀ ਹੋਵੇ ਗੱਲ, ਤੇ ਉਹੀ ਗੱਲ ਹੈ ਵੀ ਤੁਸੀਂ ਕਿਸੇ 'ਚ ਸੁਰ ਪਾ ਨਹੀਂ ਸਕਦੇ, ਉਹ ਕਿਵੇਂ ਦਾ ਐਕਸਪੀਰੀਅੰਸ ਰਿਹਾ? ਦੇਖੋ ਬੜੀ ਵਾਰ ਨਾਟ ਓਨਲੀ ਰਿਸ਼ਤੇਦਾਰ, ਮਤਲਬ ਬਹੁਤ ਲੋਕ ਮਿਲਦੇ ਨੇ ਜਿਹੜੇ ਕਹਿੰਦੇ ਵੀ, ਹਾਲਾਂਕਿ ਹਾਲੇ ਮੈਂ ਆਮ ਪਲੈਨਿੰਗ ਟੂ ਵਰਕ ਔਨ ਦੈਟ ਜੀ, ਕਿ ਅਸੀਂ ਉਹਨੂੰ ਸਿਖਾਈਏ ਤਾਂ ਇੱਕ ਪ੍ਰੋਪਰ ਆਰਗੇਨਾਈਜ਼ਡ ਵੇ ਨਾਲ ਕਰੀਏ, ਬਟ ਹਾਲੇ ਵੀ ਜਦ ਕਈ ਵਾਰ ਲੋਕ ਮਿਲਦੇ ਹੈ ਕਿ ਵੀ ਸਿਖਾਓ ਇਹਨੂੰ, ਸੁਣੋ ਇਹਨੂੰ, ਤੁਸੀਂ ਇਹਨੂੰ ਗਾਈਡ ਕਰੋ ਜਾਂ ਕੁਝ ਕਰੋ, ਤੇ ਉਹ ਬੱਚਿਆਂ ਨੂੰ ਨਾ, ਕਈ ਪੇਰੈਂਟਸ ਨੂੰ ਬਹੁਤ ਜ਼ਿਆਦਾ ਐਂਬੀਸ਼ਨਸ ਹੈ ਪੇਰੈਂਟਸ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੱਚੇ 'ਚ ਉਹ ਚੀਜ਼ ਨਹੀਂ ਹੈ, ਸਵਰ ਨਹੀਂ ਹੈ ਜੀ, ਠੀਕ ਹੈ, ਜਾਂ ਰਿਦਮ 'ਚ ਨਹੀਂ ਹੈ। ਉਹਨਾਂ ਨੂੰ ਹੁੰਦਾ ਵੀ ਇਹਨੂੰ ਥੋੜਾ 2-4 ਗਾਣੇ ਕਰਾ ਕੇ ਸਟੇਜ 'ਤੇ ਚੜਾ ਦਿਓ, ਐਦਾਂ ਨਹੀਂ ਹੁੰਦਾ। ਸਭ ਤੋਂ ਪਹਿਲਾਂ ਤਾਂ ਠਹਿਰਾਓ, ਪਹਿਲਾਂ ਬਹੁਤ ਸਾਲ ਲਗਾਉਣੇ ਪੈਣਗੇ ਜੀ, ਫਿਰ ਔਰ ਅਗਰ ਸਵਰ ਹੈ ਹੀ ਨਹੀਂ, ਉਹ ਤੁਸੀਂ ਪਾ ਨਹੀਂ ਸਕਦੇ। ਮੇਰੀ ਫਰੈਂਡ ਸੀਗੀ, ਮਤਲਬ ਵੀ ਵਰ ਇਨ ਗ੍ਰੈਜੂਏਸ਼ਨ, ਬਹੁਤ ਅੱਛਾ ਗਾਉਂਦੀ ਸੀ, ਪਰ ਉਹ ਤਾਲ 'ਚ ਨਹੀਂ ਸੀ ਆਉਂਦੀ, ਉਹ ਤਾਲ ਤੋਂ ਆਊਟ ਹੋ ਜਾਂਦੀ ਸੀ। ਸੋ ਮਤਲਬ ਇਹ ਨਹੀਂ ਸੀਗਾ ਕਿ, ਬਟ ਉਹ ਦਿਮਾਗ 'ਚ ਨਹੀਂ ਉਹ ਚੀਜ਼ ਆ ਰਹੀ ਸੀ, ਰਿਦਮ ਨਹੀਂ ਸੀ ਉਹਦੇ 'ਚ। ਸੋ ਦੈਟ ਇਜ਼ ਗੋਡ ਗਿਫਟ। ਹੁਣ ਜਿਵੇਂ ਬਾਲਾ ਸੁਬਰਮਨੀਅਮ ਜੀ ਕਿੰਨੇ ਅੱਛੇ ਸਿੰਗਰ ਹੋ, ਕਹਿੰਦੇ ਮੈਂ ਕਦੀ ਕਲਾਸੀਕਲ ਨਹੀਂ ਸਿੱਖਿਆ, ਬਟ ਕਿਤੇ ਨਾ ਕਿਤੇ ਉਹ ਹੈਂਡੀਕੈਪ ਲੱਗਦਾ ਹੈ। ਬਿਲਕੁਲ, ਠੀਕ ਹੈ ਨਾ, ਜਿੱਥੇ ਤੁਹਾਨੂੰ ਥੋੜਾ ਜਿਹਾ ਨੌਲੇਜ ਚਾਹੀਦੀ ਹੈ। ਮੁੰਸ਼ੀ ਪ੍ਰੇਮਚੰਦ ਨਹੀਂ ਕਹਿੰਦੇ ਵੀ ਬੁਨਿਆਦੀ ਪੁਖਤਾ ਨਾ ਹੋ ਤਾਂ ਮਕਾਨ ਕੈਸੇ ਪਾਇਦਾਰ ਬਣੇ, ਹੈ ਨਾ, ਤੇ ਬੁਨਿਆਦ ਇਜ਼ ਇੰਪੋਰਟੈਂਟ। ਔਰ ਇਹੀ ਤਾਂ ਰੀਜ਼ਨ ਹੈ ਵੀ ਜੇ ਡਾਕਟਰੇਟ ਕਰਨੀ ਹੈ ਤਾਂ ਪਹਿਲਾਂ ਤੁਹਾਨੂੰ ਸ਼ੁਰੂਆਤ ABC ਤੋਂ ਕਰਨੀ ਹੀ ਪਏਗੀ। ਯੈਸ ਯੈਸ, ਸੋ ਉਹ ਬੇਸ ਹੈ। ਬਾਕੀ ਦੇਖੋ ਹਰ ਵਿਧਾ ਦੀ ਆਪਣੀ ਬਿਊਟੀ ਹੈ ਜੀ, ਠੀਕ ਹੈ। ਮੇਰੇ ਹਿਸਾਬ ਨਾਲ ਤਾਂ ਲਾਈਟ ਵੋਕਲ 'ਚ ਇੰਨੀ ਜ਼ਿਆਦਾ ਜਨਰਸ ਨੇ, ਤੁਹਾਡੇ ਸਾਹਮਣੇ ਹੀ ਹੈ, ਡਿਵੋਸ਼ਨਲ ਵੀ ਹੈ, ਫੋਕ ਵੀ ਹੈ, ਠੀਕ ਹੈ। ਫਿਰ ਤੁਸੀਂ ਪਲੇਬੈਕ ਸਿੰਗਿੰਗ ਵੀ ਕਰਦੇ ਹੋ, ਔਰ ਬਹੁਤ ਸਾਰੇ ਲੋਕ ਜਿਹੜੇ ਸੁਗਮ ਸਿੰਗਿੰਗ ਨੂੰ ਸਮਝਦੇ ਕਿ ਫਿਲਮੀ ਗਾਣਾ, ਪਰ ਫਿਲਮੀ ਗਾਣਾ ਗਾਣਾ ਸੌਖਾ ਨਹੀਂ ਹੈ। 2 ਮਿੰਟ 'ਚ ਇੰਨਾ ਕੁਝ ਦਿਖਾਣਾ, ਐਗਜ਼ੈਕਟਲੀ, ਮੈਂ ਕਹਿੰਦੀ ਹਾਂ ਬਹੁਤ ਟਫ ਹੈ। ਲਤਾ ਜੀ, ਰਫੀ ਸਾਹਿਬ, ਕਿਸ਼ੋਰ ਕੁਮਾਰ ਜੀ, ਆਸ਼ਾ ਭੋਸਲੇ, ਮਤਲਬ ਦੇ ਆਰ ਲੈਜੈਂਡਸ, ਪ੍ਰਣਾਮ ਹੈ ਉਹਨਾਂ ਨੂੰ, ਸੱਚੀ ਉਹ ਲੈਜੈਂਡ ਸੀ। ਉਹਨਾਂ ਨੂੰ ਸੁਣ ਕੇ ਅਸੀਂ ਬਹੁਤ ਕੁਝ ਸਿੱਖਿਆ ਜੀ, ਬਿਕੋਜ਼ ਫਿਲਮੀ ਗਾਣਾ ਸੁਣ ਕੇ ਤੁਸੀਂ ਨਵੀਂ ਚੀਜ਼ ਫੜ ਲੈਂਦੇ ਹੋ, ਹੈ ਨਾ, ਮਤਲਬ ਹਰ ਇਮੋਸ਼ਨ ਨੂੰ ਤੁਸੀਂ ਡਿਪਿਕਟ ਕਰ ਰਹੇ ਹੋ ਨਾ, ਇੱਕ ਗਾਣੇ 2 ਮਿੰਟ ਦੇ ਗਾਣੇ 'ਚ ਤੁਸੀਂ ਕਿੰਨਾ ਕੁਝ ਦਿਖਾ ਰਹੇ ਹੋ। ਇਟਸ ਨਾਟ ਈਜ਼ੀ। ਤੁਹਾਡੀ ਪਸੰਦੀਦਾ ਜਿਹੜੀ ਗਜ਼ਲ ਹੈ ਉਹ ਤਾਂ ਫਿਰ ਸੁਣੀ ਨਹੀਂ ਹੁਣ ਤੱਕ? ਦੇਖੋ ਮੈਂ ਜਗਜੀਤ ਜੀ ਦੀ ਬਹੁਤ ਵੱਡੀ ਫੈਨ ਹਾਂ, ਮੈਂ ਮਹਿੰਦੀ ਹਸਨ ਸਾਹਿਬ ਦੀ ਬਹੁਤ ਵੱਡੀ ਫੈਨ ਹਾਂ, ਤੇ ਤੁਸੀਂ ਜੋ ਕਹੋਗੇ ਮੈਂ ਕੁਝ ਜਿਵੇਂ ਮਹਿੰਦੀ ਹਸਨ ਸਾਹਿਬ ਵੀ ਉਹ ਚਾਂਦੀ ਜੈਸਾ ਰੰਗ ਹੈ ਤੇਰਾ, ਹੈ ਨਾ, ਉਹ ਪੰਕਜ ਉਦਾਸ ਦੀ ਹੈ, ਸੌਰੀ, ਹਾਂ ਉਹ ਪੰਕਜ ਉਦਾਸ ਦੀ ਹੈ। ਤੁਸੀਂ ਕੋਈ ਵੀ ਗਜ਼ਲ ਜਿਹੜੀ ਤੁਹਾਡੇ ਦਿਲ ਦੇ ਬਹੁਤ ਨੇੜੇ ਹੈ ਉਹ ਸੁਣਾ ਦਿਓ। ਉਹ ਮੈਂ ਬੜੀ ਵਾਰ ਗਾ ਚੁੱਕੀ ਹਾਂ ਵੈਸੇ ਸਟੇजेस ਤੇ, ਬਟ ਇਫ ਯੂ ਇਨਸਿਸਟ। ਹਾਂ ਜੀ ਹਾਂ। रंजिशें सही दिल ही दुखाने के लिए रंजिशें सही फिर से मुझे छोड़ के जाने के लिए रंजिशें सही दिल ही दुखाने के लिए रंजिशें सही। क्या खूबसूरती है, गज़ल दी यही खूबसूरती है। और ਤੁਸੀਂ ਦੇਖੋ ਵੀ ਲਿਖਣ ਵਾਲੇ ਨੇ ਵੀ ਕਮਾਲ ਕਰ ਦਿੱਤਾ ਹੈ ਨਾ। ਹੁਣ ਉਹ ਚੀਜ਼ਾਂ किसको बताएंगे जुदाई का सबब हम, तू मुझसे खफा है तो ज़माने के लिए। क्या बात है, अहमद फराज साहब। बिल्कुल बिल्कुल। रात यूं दिल में तेरी खोई हुई याद आई, जैसे वीराने में चुपके से बहार आ जाए, है ना। मतलब कमाल दियां चीज़ां। और ਇਹਨਾਂ ਨੂੰ ਗਾ ਕੇ ਯੂ ਆਲਸੋ ਫੀਲ ਸੋ ਗੁੱਡ, ਨਾ ਕਿ ਤੁਸੀਂ ਸਿਰਫ ਆਡੀਅנס ਲਈ ਨਹੀਂ ਗਾਉਂਦੇ, ਤੁਸੀਂ ਆਪਣੇ ਲਈ ਵੀ ਗਾਉਂਦੇ ਹੋ, ਜੋ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ, ਹੈ ਨਾ। ਅੱਛਾ, ਆਪਾਂ ਬੜੀਆਂ ਸਾਰੀਆਂ ਗੱਲਾਂ ਕੀਤੀਆਂ, ਹੈ ਨਾ। ਹੁਣ ਪ੍ਰੋਗਰਾਮ ਦੇ ਆਖਿਰ ਵਿੱਚ ਮੈਨੂੰ ਇਹ ਦੱਸੋ ਵੀ ਤੁਹਾਡੇ ਆਉਣ ਵਾਲੇ ਅੱਗੇ ਤੁਸੀਂ ਕੀ ਸੋਚਿਆ ਵੀ ਮੈਂ ਹੁਣ ਵੀ ਮਿਊਜ਼ਿਕ 'ਚ ਕੁਝ ਕਰ ਲਿਆ ਤੇ ਮੈਂ ਹੋਰ ਕੁਝ ਸਿੱਖਣਾ ਹੈ ਜਾਂ ਹੋਰ ਕੁਝ ਕਰਨਾ ਹੈ ਜਾਂ ਸਿਖਾਉਣਾ ਹੈ? ਸਿੱਖਣਾ ਤਾਂ ਖੈਰ ਕਦੀ ਵੀ ਖਤਮ ਨਹੀਂ ਹੁੰਦਾ ਜੀ। ਅੱਜ ਕੱਲ੍ਹ ਜਿਵੇਂ ਨਵੇਂ ਕਈ ਆਰਟਿਸਟ ਜੋ ਗਾਉਂਦੇ, ਅਸੀਂ ਉਹਨਾਂ ਤੋਂ ਹੀ ਬੜਾ ਕੁਝ ਸਿੱਖਦੇ ਹਾਂ, ਹੈ ਨਾ। ਹੁੰਦਾ ਹੈ ਨਾ, ਜਿਵੇਂ ਤੁਸੀਂ ਕਿਸੇ ਤੋਂ ਜਿਵੇਂ ਤੇ ਜਿਹੜਾ ਇੱਕ ਕੁੜੀ ਜਿਨ੍ਹਾਂ ਨੇ ਦਲਜੀਤ ਜੀ ਦਾ ਆਇਆ ਹੈ, ਮੈਂ ਦੇਖ ਰਹੀ ਸੀ ਕਿੱਦਾਂ ਉਹਨਾਂ ਨੇ ਮਿਊਜ਼ਿਕ ਨੂੰ, ਇੱਕ ਪੁਰਾਣੀ ਚੀਜ਼ ਨੂੰ ਕਿੱਦਾਂ ਨਵੇਂ ਟ੍ਰੀਟਮੈਂਟ ਨਾਲ ਪੇਸ਼ ਕੀਤਾ, ਲੋਕਾਂ ਨੇ ਕਿੰਨਾ ਪਸੰਦ ਕੀਤਾ। ਹੁਣ ਜਿਵੇਂ ਜਗਜੀਤ ਜੀ ਦੀ ਵੀ ਖਾਸੀਅਤ ਹੈ, ਗਜ਼ਲ ਨੂੰ ਪਪੂਲਰਾਈਜ਼ ਮਾਸਸ 'ਚ ਔਰ ਯੰਗ ਜਨਰੇਸ਼ਨ 'ਚ ਬਿਲਕੁਲ ਜਗਜੀਤ ਜੀ ਨੇ ਕੀਤਾ, ਵਾਕਈ ਕੀਤਾ। ਉਹਨਾਂ ਨੇ ਉਹਨੂੰ ਬਿਲਕੁਲ ਸਿੰਪਲੀਫਾਈ ਕਰਕੇ ਸੋ ਦੈਟ ਦੇ ਕੈਨ ਅੰਡਰਸਟੈਂਡ।
ਸੋ ਇਹ ਵੀ ਚੀਜ਼ ਸਿੱਖਣ ਵਾਲੀ ਹੈ ਜੀ। ਜਿਵੇਂ ਹੁਣ ਮਿਊਜ਼ਿਕਸ ਦੇ ਵਿੱਚ ਨਾ ਗਾਣਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਬਹੁਤ ਸਾਰਾ ਕੁਝ, ਬੜੇ ਸਾਰੇ ਇੰਸਟਰੂਮੈਂਟ ਪਾਉਣ ਲੱਗ ਗਏ ਹੈ ਨਾ। ਪਹਿਲਾਂ ਬੜੇ ਮੁਕਤਸਰ ਜਿਹੀ ਚੀਜ਼ਾਂ ਹੁੰਦੀਆਂ ਸੀ ਤੇ ਹੁਣ ਬੜਾ ਕੁਝ ਹੋ ਗਿਆ। ਹਾਲਾਂਕਿ ਇਹ ਮੇਰਾ ਜ਼ੋਨਰ ਨਹੀਂ ਹੈ, ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈ ਵੀ ਹੁਣ ਨਾ ਉਹ ਹਿਪ ਹੌਪ ਜਿਹਾ ਇੰਨਾ ਜ਼ਿਆਦਾ ਹੁੰਦਾ ਵੀ ਤੁਹਾਨੂੰ ਬੋਲ ਤਾਂ ਸੁਣਦੇ ਹੀ ਨਹੀਂ, ਨਾ ਤੁਹਾਨੂੰ ਸੁਰ ਦਾ ਪਤਾ ਲੱਗਦਾ। ਉਹ ਪਤਾ ਕੀ ਹੈ, ਡਿਪੈਂਡ ਕਰਦਾ ਹੈ ਇੱਕ ਤਾਂ ਕੰਪੋਜੀਸ਼ਨ ਕੀ ਹੈ, ਕਿਸ ਤਰ੍ਹਾਂ ਦਾ ਗਾਣਾ ਹੈ, ਉਸ ਵਿੱਚ ਕਿੰਨੇ ਇੰਸਟਰੂਮੈਂਟ ਹੈ। ਦੂਜਾ ਜਿਹੜੇ ਸੋਲਿਡ ਸਿੰਗਰ ਹੈ, ਜਿਹੜੇ ਵਾਕਈ ਉਹਨਾਂ ਨੂੰ ਬਹੁਤ ਜ਼ਿਆਦਾ ਸਾਜ਼ਾਂ ਦੀ ਲੋੜ ਨਹੀਂ ਪੈਂਦੀ, ਉਹਨਾਂ ਦੀ ਆਵਾਜ਼ ਹੀ ਇੰਨੀ ਦਮਦਾਰ ਹੈ, ਖਿੱਚ ਲੈਂਦੇ ਆ ਹੈ ਨਾ। ਲੇਕਿਨ ਕਈ ਹੈ ਜਿਹੜੇ ਟੋਟਲੀ ਡਿਪੈਂਡੈਂਟ ਔਨ ਮਿਊਜ਼ਿਕ ਹੀ ਹੈ, ਉਹ 2 ਲਾਈਨਾਂ ਗਾਉਂਦੇ, ਮਿਊਜ਼ਿਕ ਜ਼ਿਆਦਾ। ਇਹੀ ਗੱਲ ਹੈ ਨਾ ਵੀ ਜਦੋਂ ਫਿਰ ਉਹਦੇ 'ਚ ਕੀ ਹੁੰਦਾ, ਰੂਹਦਾਰੀ ਖਤਮ ਹੋ ਜਾਂਦੀ। ਬਿਲਕੁਲ। ਹਾਂ, ਹਾਲਾਂਕਿ ਜਿਵੇਂ ਕਈ ਬਾਲੀਵੁੱਡ ਸੌਂਗਸ ਹੈ ਬਹੁਤ ਅੱਛੇ ਹੈ, ਉਹਨਾਂ 'ਚ ਮਿਊਜ਼ਿਕ ਟ੍ਰੀਟਮੈਂਟ ਉੱਦਾਂ ਦਾ ਚਾਹੀਦਾ ਹੈ ਅਕੋਰਡਿੰਗ ਟੂ ਦਾ ਕੰਪੋਜੀਸ਼ਨ, ਦੈਨ ਇਟਸ ਫਾਈਨ, ਬਟ ਇਟ ਸ਼ੁੱਡ ਨਾਟ ਓਵਰਪਾਵਰ ਦ ਸਿੰਗਰ। ਜੀ, ਜਿਸ ਤਰ੍ਹਾਂ ਦੀ ਗਾਇਕੀ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਹੈ ਨਾ, ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਵੀ, ਮੈਨੂੰ ਲੱਗਦਾ ਬੜਾ ਪ੍ਰਾਊਡ ਫੀਲ ਹੁੰਦਾ ਬੰਦੇ ਨੂੰ ਵੀ ਜਿਹੜੇ ਤਾਂ ਜਾਂ ਤਾਂ ਕਈ ਵਾਰ ਤੁਸੀਂ ਕਲਾਸੀਕਲ ਕਰ ਰਹੇ ਹੋ ਜਾਂ ਕੁਛ ਕਰ ਰਹੇ ਹੋ ਤਾਂ ਉੱਦਾਂ ਦੇ ਸੰਜੀਦਾ ਲੋਕ ਹੀ, ਕਿਉਂਕਿ ਕਲਾਸੀਕਲ ਆਮ ਬੰਦਾ ਤਾਂ ਸੁਣ ਹੀ ਨਹੀਂ ਸਕਦਾ, ਤੇ ਉਹ ਬੜੇ ਧਿਆਨ ਨਾਲ ਬੈਠੇ ਸੁਣ ਰਹੇ ਹੁੰਦੇ ਆ। ਜਾਂ ਤੁਸੀਂ ਸ਼ਿਵ ਨੂੰ ਗਾ ਰਹੇ ਹੋ ਤਾਂ ਹੁਣ ਆਪਾਂ ਹੁਣੇ ਗੱਲ ਕੀਤੀ ਵੀ ਸ਼ਿਵ ਨੂੰ ਸਮਝਣ ਵਾਲੇ ਲੋਕ ਆਉਣਗੇ, ਤਾਂ ਉਹ ਕਿੰਨੇ ਸ਼ਾਂਤ ਬੈਠ ਕੇ ਉਹ ਤਮਾਮ ਚੀਜ਼ ਨੂੰ ਇੰਜੋਏ ਕਰ ਰਹੇ ਆ, ਬਜਾਏ ਕਿ ਜਿਹੜੇ ਹਿਪ ਹੌਪ ਵਾਲੇ ਕਨਸਰਟਸ ਹੁੰਦੇ ਆ ਉਹ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਡੰਡਾ ਖੜ ਗਿਆ, ਹੁਣ ਪੁਲਿਸ ਨੇ ਵਿੱਚ ਹੀ ਬੰਦ ਕਰਾ ਦੇਣਾ ਹੈ ਨਾ। ਤਾਂ ਮੈਨੂੰ ਲੱਗਦਾ ਵੀ ਇਹ ਤਾਂ ਪ੍ਰਾਊਡ ਮੂਮੈਂਟਸ ਹੁੰਦੀਆਂ ਨੇ। ਤੇ ਗੱਲ ਕਵਾਂਗੀ ਕਿ ਮੈਂ ਇਹ ਦੇਖਦੀ ਹਾਂ ਕਿ ਆਡੀਅנס ਜਿਵੇਂ, ਹਾਲਾਂਕਿ ਨੋ ਡਾਊਟ ਅੱਛਾ ਮਿਊਜ਼ਿਕ ਪਸੰਦ ਕਰ ਰਹੇ ਹਨ ਲੋਕ, ਬਟ ਅੱਜ ਵੀ ਅਸੀਂ ਦੇਖਦੇ ਹਾਂ ਜਿਵੇਂ ਬਹੁਤ ਅੱਛੇ ਆਰਟਿਸਟ ਕੋਈ ਗਾਣ ਆਏ ਕਲਾਸੀਕਲ ਲਈ ਜਾਂ ਕੁਛ, ਹਾਲ ਭਰਿਆ ਨਹੀਂ ਹੁੰਦਾ। ਜੇ ਤੁਸੀਂ ਇੱਕ ਸਿੰਪਲ ਮਿਊਜ਼ਿਕ ਤਾਂ ਆਡੀਅנס ਇਜ਼ देयर, ਮੇਬੀ they don't understand that kind of music, maybe, so we need to work on that। ਬਿਲਕੁਲ, ਇਹ ਹਰੇਕ ਜਗ੍ਹਾ ਹੀ ਹੈ, ਇਹ ਹਰੇਕ ਜਗ੍ਹਾ ਹੀ ਹੈ। ਜੇ ਜਰਨਲਿਜ਼ਮ ਦੇ ਵਿੱਚ ਵੀ ਤੁਸੀਂ ਬਹੁਤ ਸੰਜੀਦਾ ਕੰਟੈਂਟ ਦੇ ਰਹੇ ਹੋ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜ਼ਿਆਦਾ ਉਹ ਕੀਤੀਆਂ ਜਾਂਦੀਆਂ, ਹਾਂ, ਪਰ ਇਹ ਹੈ ਵੀ ਇਹਨਾਂ ਦੀ ਲਾਈਫ ਘੱਟ ਹੁੰਦੀ ਹੈ ਨਾ। ਔਰ ਮੈਨੂੰ ਲੱਗਦਾ ਐਜ਼ ਐਨ ਆਰਟਿਸਟ, ਜਿਵੇਂ ਤੁਸੀਂ ਕਹਿ ਰਹੇ ਹੋ ਕਿ, ਸੋ ਮੇਰਾ ਹਮੇਸ਼ਾ ਤੋਂ ਇਹ ਰਿਹਾ, ਜਿਵੇਂ ਕਈ ਵਾਰ ਆਫਰ ਆਉਂਦੇ ਆ ਨਾ ਪੰਜਾਬੀ ਗਾਣੇ ਦੇ, ਬਟ ਉਹਦੇ ਵਰਡਸ ਹੀ ਐਸੇ ਹੁੰਦੇ, ਮੈਨੂੰ ਲੱਗਦਾ ਮੈਂ ਕਾਂਟ ਕੰਪਰੋਮਾਈਜ਼ ਔਨ। ਬਿਲਕੁਲ, ਕਿਉਂਕਿ ਐਗਜ਼ੈਕਟਲੀ ਮੈਂ ਇੱਥੇ ਹੀ ਆਉਣ ਲੱਗੀ ਸੀ ਕਿ ਤੁਸੀਂ ਆਪਣੀ ਕੌਨਸ਼ੀਅਸ ਨੂੰ ਜਵਾਬਦੇਹ ਹੁੰਦੇ ਹੋ, ਕਿਉਂਕਿ ਕਿਸੇ ਨੇ ਇੱਥੇ ਸਦਾ ਤਾਂ ਬੈਠੇ ਨਹੀਂ ਰਹਿਣਾ, ਤੇ ਤੁਸੀਂ ਜੋ ਕਰ ਰਹੇ ਹੋ ਤੁਸੀਂ ਆਪਣੀ ਕਲਾ ਨੂੰ, ਆਪਣੀ ਕੌਨਸ਼ੀਅਸ ਨੂੰ ਜਵਾਬਦੇਹ ਹੋ। ਉਹਨੂੰ ਪਤਾ ਹੈ ਕਿ ਇਸ ਕੁਆਲਿਟੀ ਦਾ ਜਾਂ ਇਹ ਚੀਜ਼ ਮਿਲੇਗੀ। ਬਿਲਕੁਲ, ਠੀਕ ਹੈ। ਔਰ ਅਸੀਂ ਜੇ ਪਾਥ ਚੁਣਿਆ ਕਿ ਅਸੀਂ ਸੰਜੀਦਾ ਗਾਇਕੀ ਪ੍ਰਮੋਟ ਕਰਨੀ ਹੈ, ਸੋ ਅਸੀਂ ਉਸ ਤੋਂ ਅਡਿਗ ਨਹੀਂ ਹੁੰਦੇ, ਫਿਰ ਅਸੀਂ ਆਪਣਾ ਇੱਕ ਉਹ ਲੈ ਕੇ ਚੱਲਦੇ ਹਾਂ, ਸਾਡਾ ਜੋ ਸਿਸਟਮ ਹੈ, ਆਪਣਾ ਵੈਲਿਊ ਹੈ। ਔਰ ਇਤਿਹਾਸ ਗਵਾਹ ਹੈ ਵੀ ਵੱਡੇ ਵੱਡੇ ਸਿੰਗਰਸ ਨੇ ਜੇਕਰ ਇਹ ਟਰੈਕ ਛੱਡ ਕੇ ਸੰਜੀਦਾ ਵੀ ਜਦੋਂ ਲੱਚਰਤਾ ਵੱਲ ਆਏ ਤੇ ਉਹਨਾਂ ਨੂੰ ਆਵਾਮ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਮੈਂ ਨਾਮ ਨਹੀਂ ਹੁਣ ਲੈਂਦੀ, ਬਾਅਦ ਚੋਂ ਦੱਸੋ। ਉਹਨਾਂ ਦਾ ਆਪਣੇ ਕਈ ਵਾਰ ਪਰਸਨਲ ਐਕਸਪੀਰੀਐਂਸਸ ਜਾਂ ਕਈ ਵਾਰ ਕੋਈ ਐਕਸਪੈਰੀਮੈਂਟਸ ਹੁੰਦੇ ਆ ਜੋ ਨਹੀਂ ਚੱਲਦੇ, ਹੈ ਨਾ, ਹਰ ਇੱਕ ਨਾਲ ਹੋ ਸਕਦਾ ਹੈ। ਸੋ ਜਾਂਦੇ ਜਾਂਦੇ ਕੁਝ ਬਾਲੀਵੁੱਡ ਦਾ ਕੁਝ ਮਜ਼ੇਦਾਰ ਸੁਣਾਓ। लग जा गले के फिर ये हंसी रात हो न हो, शायद फिर इस जन्म में मुलाकात हो न हो, लग जा गले से है। ਵੰਡਰਫੁਲ ਵੰਡਰਫੁਲ, ਬਹੁਤ ਖੂਬਸੂਰਤ, ਔਰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ। ਸੇਮ ਹੀਅਰ, ਬਹੁਤ ਹੀ ਵਧੀਆ ਲੱਗਿਆ। ਔਰ ਜੋ ਇੰਟਰਵਿਊ ਲੈਣ ਵਾਲਾ ਨਾ, ਉਹਦੀ ਵੀ ਜਦ ਇੱਦਾਂ ਦਾ ਪੈਸ਼ਨ ਹੋਵੇ, ਇੰਨੀ ਨੌਲੇਜ ਹੋਵੇ, ਬੈਕਗਰਾਊਂਡ ਅੱਛਾ ਹੋਵੇ, ਤੇ ਆਰਟਿਸਟ ਨੂੰ ਵੀ ਬਹੁਤ ਅੱਛਾ ਲੱਗਦਾ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ, ਤੁਸੀਂ ਸਪੈਸ਼ਲ ਆਏ, ਸਾਡੇ ਇੱਕ ਵਾਰ ਕਹਿਣ 'ਤੇ ਆਏ। ਔਰ ਦੋਸਤੋ, ਮੈਨੂੰ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਹੈ, ਔਰ ਤੁਹਾਨੂੰ ਇਹ ਸੁਣ ਕੇ ਯਕੀਨਨ ਮਜ਼ਾ ਆਇਆ ਹੋਵੇਗਾ। ਤੁਸੀਂ ਕੀ ਫੀਲ ਕੀਤਾ, ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟਸ ਵਿੱਚ ਦੇ ਸਕਦੇ ਹੋ। ਪ੍ਰੋਗਰਾਮ ਸਲੀਕਾ 'ਚ ਫਿਲਹਾਲ ਇੰਨਾ ਹੀ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਅਗਲੀ ਮਰਤਬਾ ਫਿਰ ਕਿਸੇ ਡਿਗਨੇਟਰੀ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾਨ ਮਿਊਟ।